ये कॉन्स्टिट्यूशन बनता है, ये लोग इसलिए साइन करते हैं कि इनको लिखने की औकात भी नहीं। किसी बात पर इसलिए मत यकीन करो कि वो ग्रंथों में लिखी हुई है। ਜਦੋਂ ਉਹਨਾਂ ਨੂੰ ਅੰਗਰੇਜ਼ ਨੇ ਕੈਦ ਕੀਤਾ ਹੋਇਆ ਉੱਥੋਂ ਵੀ ਲਿਖਦੇ ਨੇ, ਔਰਤ ਦੇ ਗੁਣ ਮੇਰੇ ਤੋਂ ਕਹੇ ਨਹੀਂ ਜਾਂਦੇ। ਭੂਗੋਲਕ ਖਿੱਤਿਆਂ 'ਚ ਰਹਿਣ ਵਾਲੇ ਲੋਕਾਂ ਦੀਆਂ ਆਪਣੀਆਂ ਜ਼ਬਾਨਾਂ ਆ, अपना इतिहास है, अपना सभ्याचार है, अपने खाने है, अपने गाने हैं। और कुछ चीजें ऐसी हैं हमारे इतिहास के अंदर जिनसे नफरत करना हमारा और अगली नस्लों का धर्म है। धीरेन्द्र ब्रह्मचारी टेलीविजन का इस्तेमाल करते हैं, पहला नए किस्म का बाबा इस देश को दिया जाता है, परोसा जाता है ਜਾਂ ਥੋਪਿਆ ਜਾ ਰਿਹਾ ਜਿਹੜਾ ਨੇਸ਼ਨ ਦਾ ਕਨਸੈਪਟ ਹੈ, ਸਭ ਤੋਂ ਝੂਠਾ ਕਨਸੈਪਟ ਇਹ ਹੈ। ਉੱਥੋਂ ਦੀ ਜੰਮੀ ਪਲੀ ਸੀ ਉਹ ਮੈਨੂੰ ਆ ਕੇ ਕਹਿੰਦੀ ਕੀ ਗੱਲ ਹੈ, हर कोई पुत्र ਮੰਗਦਾ, पुत्री ਕਿਸੇ ਨੂੰ नहीं चाहिए। साइंटिफिक इंस्टीट्यूशन के डायरेक्टर्स कर रहे हैं। एक साहब हैं जो भूत बुलाने लगे। ਡਾਨ ਨੇ ਐਟੋਰੀਅਲ ਲਿਖਿਆ ਕਿ 1947 ਚ ਜਿਹੜੀ ਅਸੀਂ ਗਲਤੀ ਕੀਤੀ ਹੈ, ਜਿਹਦੇ ਨਾਲ ਅਸੀਂ ਆਪਣੀ ਤਬਾਹੀ ਕੀਤੀ ਹੈ, ਜਿਹਦੇ ਨਾਲ ਅੱਜ ਅਸੀਂ ਉਹ ਸੰਤਾਪ ਚੱਲ ਰਹੇ ਹਾਂ, ਉਹ ਗਲਤੀ ਤੁਸੀਂ ਨਾ ਕਰਿਓ। जब हम आजादी की जंग लड़ रहे थे तो भगत सिंह एक किताब के बाद दूसरी किताब पढ़ रहे थे और उस छोटी सी जिंदगी में उन्होंने लगभग 200-300 किताबों के नाम दर्ज किए। यही सोचते थे कि दुनिया को ऐसा ही होना चाहिए, इंसानियत को ऐसा ही होना चाहिए, समाज को ऐसा ही होना चाहिए, कुछ लोगों को गुलामों का आका होना चाहिए। कि ਅਸੀਂ ਆਪਣੇ ਇਤਿਹਾਸ ਤੋਂ ਸਿੱਖਣਾ ਨਹੀਂ, ਸਾਰਿਆਂ ਦੇਸ਼ਾਂ ਨੇ, ਸਾਰੇ ਸਮਾਜ ਆਪਣੇ ਇਤਿਹਾਸ ਤੋਂ ਸਿੱਖਦੇ ਨੇ, ਸੋ ਸਾਨੂੰ ਵੀ ਉਹ ਸਿੱਖਣ ਦੀ ਲੋੜ ਹੈ। ਕੌਮੀਅਤਾਂ ਦਾ ਸਵਾਲ ਨਾ ਪਾਕਿस्तान ਚ हल होया, ना हिंदुस्तान च हल होया। किसी बात पर इसलिए मत यकीन करो कि वो ज्यादातर लोग मानते हैं। एक साहब तो बड़े फख्र के साथ कह रहे थे टेलीविजन के ऊपर कि मैंने ज्यादा नहीं पढ़ा है, मैं 10वां पास हूं, और वो आज प्रधानमंत्री हैं। ਉਹ ਦੁੱਖ ਅਜੇ ਤੱਕ ਮਿਟੇ ਨਹੀਂ ਜਿਹੜੇ ਹਿੰਦੁਸਤਾਨ ਪਾਕਿਸਤਾਨ ਬਣਨ ਦੇ ਹੋਏ ਨੇ। ਉਸ ਤੋਂ ਬਾਅਦ ਉਹ ਦੁੱਖ ਵੀ ਅਜੇ ਮਿਟੇ ਨਹੀਂ ਜਿਹੜੇ 84 ਵਿੱਚ ਹੋਏ ਨੇ। ਉਸ ਤੋਂ ਬਾਅਦ ਉਹ ਦੁੱਖ ਵੀ ਨਹੀਂ ਮਿਟੇ ਜਿਹੜੇ 2002 ਵਿੱਚ ਗੁਜਰਾਤ ਵਿੱਚ ਹੋਏ ਨੇ। आपके बच्चों की किताबों की सिलेबस में से डार्विन का सिद्धांत निकाल देता है। सर से पैदा हुए, यहाँ से पैदा हुए, वहां से पैदा हुए। ये बात अलग है कि हमें एक ही तरीका इंसान के पैदा होने का पता है। ਉਹ ਜਾਤਾਂ ਪਾਤਾਂ ਵੀ ਉੱਥੇ ਮਿਟ ਜਾਂਦੀਆਂ ਨੇ ਜਿੱਥੇ ਪੈਸਾ ਆ ਜਾਂਦਾ। ਇਸ ਵੇਲੇ ਦੀ ਸਥਿਤੀ ਹੈ, ਤੁਹਾਡੇ ਸਕੂਲ, ਕਾਲਜ, ਯੂਨੀਵਰਸਿਟੀਆਂ ਤੁਹਾਡੀਆਂ ਖੋਈਆਂ ਜਾ ਰਹੀਆਂ। ਉਹਦੇ 'ਚ ਕੀ ਪੜਾਇਆ ਜਾਏਗਾ, ਕੀ ਸਿਲੇਬਸ ਹੋਣਗੇ, ਇਹ ਜਿਹੜਾ ਕੇਂਦਰ 'ਚ ਬੈਠੇ ਲੋਕ तय करनगे। ये बाबाओं के पैर छूकर बड़ा होने वाला प्राइम मिनिस्टर जब ऐसा स्टेटमेंट देता है कोई, तो भी एक नीचे तक मैसेज जाता है। ਸੈਕੂਲਰ ਡੈਮੋਕ੍ਰੈਟਿਕ ਤੇ ਫੈਡਰਲ ਪਾਰਟੀ ਨੂੰ ਜਿੰਦਾ ਰੱਖਣਾ, ਨੰਬਰ 2 ਤੇ ਕਾਰਪੋਰੇਟ ਵਿਕਾਸ ਮਾਡਲ ਦਾ ਵਿਰੋਧ ਕਰਨਾ। ਉਦੋਂ ਮੁੰਡੇ ਪੈਸੇ ਦੇ ਕੇ ਕੁੜੀਆਂ ਨੂੰ ਆਈਲੈਟ ਕਰਾਉਣ ਲੱਗੇ, ਮੁੰਡੇ ਬਾਹਰ ਭੇਜਣ ਲੱਗੇ ਕਿ ਕੁੜੀਆਂ ਜ਼ਿਆਦਾ ਪੜ੍ਹੀਆਂ ਹੁੰਦੀਆਂ ਨੇ, मुंडे घट पढ़े ਹੁੰਦੇ ਨੇ। मैं मार्क्सिस्ट हूं और आपको मार्क्स की कोटेशन याद दिला दूं कि अब तक हिस्ट्री को इंटरप्रेट किया गया है। बात यह है कि हिस्ट्री बदली कैसे जाए। ਸਭ ਤੋਂ ਜ਼ਿਆਦਾ ਜੇ ਸੈਕੂਲਰ ਵਰਲਡ ਨੂੰ ਤੁਸੀਂ ਫਿੱਟ ਕਰਨਾ ਉਹ ਧਰਮ ਤੇ ਆਓ। ਇਹ ਇਤਿਹਾਸ ਨੂੰ ਬਦਲਣ ਦੀ ਗੱਲ ਹੈ, ਲੋਕਾਂ ਤੋਂ ਉਹਨਾਂ ਦੀਆਂ ਜ਼ਬਾਨਾਂ, ਉਹਨਾਂ ਦੇ ਸੱਭਿਆਚਾਰ ਖੋਲਣ ਦੀ ਸਾਜ਼ਿਸ਼ ਹੈ। ਸਤਕਾਰ ਨੂੰ ਔਰਤਾਂ ਨੇ ਜਾਂ ਸਾਡੀਆਂ ਬੱਚੀਆਂ ਨੇ ਕਮਾਇਆ ਹੈ, ਆਪ ਅਰਨ ਕੀਤਾ। ਜੇ ਮੈਂ ਕਹਾਂਗਾ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੱਦੇ ਉੱਤੇ ਪਹੁੰਚੇ ਸਾਰੀਆਂ ਹੀ ਸਤਿਕਾਰਯੋਗ ਸ਼ਖਸੀਅਤਾਂ, ਅੱਜ ਅਸੀਂ ਤੀਜੀ 3 ਰੋਜ਼ਾ ਆਲਮੀ ਪੰਜਾਬੀ ਕਾਨਫਰੰਸ ਮਾਣਯੋਗ ਸਤਿਕਾਰਯੋਗ ਸਤਿਗੁਰੂ ਉਦੈ ਸਿੰਘ ਜੀ ਦੀ ਸਰਪ੍ਰਸਤੀ ਹੇਠ ਉਹਨਾਂ ਦੀ ਅਸ਼ੀਰਵਾਦ ਦੇ ਨਾਲ ਸ਼ੁਰੂ ਕਰਨ ਜਾ ਰਹੇ ਹਾਂ। ਅੱਜ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ 'ਚ ਮਾਣਯੋਗ ਡਾਕਟਰ ਵਰਿਆਮ ਸਿੰਘ ਸੰਧੂ ਜੀ ਤੇ ਤੁਸੀਂ ਸਾਰੇ ਸਤਿਕਾਰਯੋਗ। ਬਹੁਤਾ ਸਮਾਂ ਨਾ ਲੈਂਦਾ ਹੋਇਆ ਬੜੇ ਪੱਖ ਦੇ ਮਸਲਿਆਂ ਤੇ 3 ਦਿਨ ਗੱਲਬਾਤ ਹੋਣੀ ਹੈ। ਬੜੇ ਗੰਭੀਰ ਮੁੱਦੇ ਛੋਹੇ ਜਾਣੇ ਨੇ ਮੁੱਖ ਬੁਲਾਰਿਆਂ ਵੱਲੋਂ, ਸਾਹਿਤ ਬਾਰੇ ਵੀ, ਸੱਭਿਆਚਾਰ ਬਾਰੇ ਵੀ, ਸਿੱਖਿਆ ਬਾਰੇ, ਸਮਾਜ ਬਾਰੇ ਤੇ ਸੱਤਾ ਬਾਰੇ। ਇਸ ਤੋਂ ਬਿਨਾਂ ਦੇਸ਼ 'ਚ ਕੀ ਹੋ ਰਿਹਾ ਹੈ, ਪੰਜਾਬ ਦੇ ਕੀ ਹਾਲਾਤ ਨੇ, ਸੰਵਾਦ ਵੀ ਹੋਏਗਾ। ਔਰਤਾਂ ਬਾਰੇ ਇੱਕ ਸੈਸ਼ਨ ਰੱਖਿਆ ਗਿਆ ਹੈ। ਬੜੇ ਗੰਭੀਰ ਅਜੋਕੇ ਭਾਰਤ ਵਿੱਚ ਔਰਤਾਂ ਸਾਹਮਣੇ ਚੁਣੌਤੀਆਂ। ਸੰਵਿਧਾਨ ਬਾਰੇ ਇੱਕ ਸੈਸ਼ਨ ਹੈ। 3 ਦਿਨ ਲਗਾਤਾਰ ਆਪਣੇ ਸਾਰੇ ਸੈਸ਼ਨ ਚੱਲਣਗੇ। ਸਾਂਝੇ ਰੂਪ 'ਚ ਆਪ ਸਾਹਿਬ ਜੀ ਦਾ ਸਵਾਗਤ ਕਰਦਾ ਤੇ ਆਪ ਸਾਰਿਆਂ ਦਾ ਇੱਕ ਵਾਰੀ ਫਿਰ बहुत बहुत स्वागत है जी। दोस्तों, मैं सबसे पहले तो माफी मांग लूं कि मुझे पंजाबी बोलनी नहीं आती है। समझ लेता हूं इतनी खूबसूरत जबान ना आना ये कोई बहुत अच्छी बात नहीं है, पर मैं नहीं सीख पाया क्योंकि यूपी में जन्मा था। मैं सबसे पहले
शुक्रिया अदा कर दूं दोस्तों का, जिन्होंने एक बार फिर मुझे पंजाब की धरती पे आने का मौका दिया। आप लोग जो काम कर रहे हैं और जिस तरह से नई नस्लों के दिमागों को ढालने की कोशिश में लगे हुए हैं, वो सिर्फ सराहनीय नहीं, बहुत जरूरी भी है। और आज के दौर में जब हम बहुत अंधकार से, डार्कनेस से, अंधेरे से गुजर रहे हैं, तो आपका काम, आपका यहाँ जमा होना, मिलना और ख़ास तौर से बेहद अहम मुद्दों को डिस्कस करना, ये मुल्क के लिए, नई नस्लों के लिए बहुत अहम हो जाता है। हम कहां से कहां तक आ गए का सफर बहुत लंबा है। एक ऐसा देश जिसकी सभ्यता को हम लगभग 2500 साल का मानते हैं, उस सभ्यता में विचारों का संघर्ष लगातार चलता रहा। हम अगर इतिहास के ऊपर, हिस्ट्री के ऊपर नजर डालें तो इस विचारों के संघर्ष में एक तरफ हमको चारवाक और बृहस्पति की फिलॉसफी दिखाई देती है, जो मटेरियलिस्ट फिलॉसफी है, और दूसरी तरफ हमको एक ऐसी फिलॉसफी दिखाई देती है जिसके आधार के ऊपर हमारे समाज का ढांचा रचा गया। और इन दोनों के अंदर भयानक संघर्ष है, बहुत तीव्र है, बहुत इंटेंस है ये संघर्ष, और ये संघर्ष लगातार चलता रहता है। हमें बुद्ध फिलॉसफी दिखाई देती है, फिर उसके बाद जैन फिलॉसफी दिखाई देती है, और हम नानक तक पहुंचते हैं। इस विचारों के संघर्ष में समाज का जो ढांचा बनता है, वो ऐसा ढांचा है जिसने इस समाज को बांट दिया। एक ऐसा समाज जिसमें इंसान इंसान बराबर नहीं रहा। कुछ लोग सर से पैदा हुए, तो कुछ लोग भुजाओं से पैदा हुए, तो कुछ लोग पेट से पैदा हुए, और कुछ लोग पैर से पैदा हुए। ये ढांचा बिना फिलॉसफी के, बिना विचारों के पैदा नहीं हो सकता था। ये एक ऐसा ढांचा था जिसके अंदर औरत मर्द बराबर नहीं थे। ये एक ऐसा ढांचा था जिसमें आप अपने व्यवसाय को बदल नहीं सकते थे। यानी आप जिस खानदान में पैदा हुए हैं, वहां जो कुछ किया जाता है आप वही करेंगे। आप अपने व्यवसाय को, अपने भविष्य को तय नहीं कर सकते थे। ये एक ऐसा ढांचा था जिसमें कुछ लोगों के हाथ में ताकत थी, और कुछ लोग ऐसे थे, ज्यादातर लोग ऐसे थे, जिनके हाथ में कोई ताकत नहीं थी। ये एक ऐसा ढांचा था जिसमें प्रॉपर्टी रखने का अधिकार नहीं था। ज्यादातर लोगों को प्रॉपर्टी रखने का अधिकार नहीं था। अद्भुत बात यह है कि ये एक ऐसी फिलॉसफी भी थी कि जिसमें 4 वर्णों के अलावा जो इंसान पैदा हुए हैं, उनके पैदा होने का तरीका भी नहीं था। ये सोचने वाली बात है, और मैं ये हमेशा सवाल पूछता रहा अपने से और बहुत सारे अपने दोस्तों से, जिसका जवाब मुझे नहीं मिला आज तक, कि अगर 4 वर्णों में नहीं है, यानी अछूत हैं, मलिच्छ हैं या ट्राइबल्स हैं, वो कैसे पैदा हुए? इसका जवाब ये फिलॉसफी नहीं दे रही। वो इंसान ही नहीं, वो इंसानों के दायरे में आते ही नहीं, वो उससे बाहर है। तो हम एक ऐसे ढांचे की बात कर रहे हैं जो धीरे धीरे इस सभ्यता का इतना अटूट हिस्सा बन गए, सोच का इतना अटूट हिस्सा बन गए
कि हमने पूरे समाज को उस सोच पे ढाल दिया। यानी एक तरफ फिलॉसफी थी और दूसरी तरफ समाज का ढांचा था, दोनों में एक संबंध था। और इसके खिलाफ उठने वाले पंजाब से लेकर के, अगर हम शायरों को ले पंजाब के, तो हमें बड़ा रिच लिटरेचर मिलता है जहां इस ढांचे, इस सोच और इस फिलॉसफी से लोग टकरा रहे हैं। हम शायर पैदा कर रहे हैं, हम लेखक पैदा कर रहे हैं, और सिर्फ पंजाब में नहीं बल्कि देश के और हिस्सों में भी। धर्मों को छोड़ दीजिए, बुद्ध मत को छोड़ दीजिए, जैन मत को छोड़ दीजिए, ऐसे लोग उठ रहे हैं जो इन विचारों को चैलेंज कर रहे हैं, लगातार चैलेंज कर रहे हैं। ये हमारी हिस्ट्री का हिस्सा है। जहां मैंने आपसे जिक्र किया चारवाक की फिलॉसफी का, मेरे पास कितना वक्त है आप बता दीजिएगा तो मैं वाइंड अप कर लूंगा। ये जो चारवाक की फिलॉसफी है, जो इंसान इंसान को बराबर बता रही है, जो ये कह रही है कि धर्मों के ढांचे को और जो कुछ हम अपने 4-5 सेंसेस से, यानी देखना, सुनना, टच, मजा, ये जो 5 सेंसेस हैं हमारे, इनसे जो कुछ नहीं हासिल हो सकता, हम जो कुछ महसूस नहीं कर सकते, वो एग्जिस्ट नहीं करता, वो है नहीं। और ये जो ढांचा बनाया जा रहा है, ये चतुर लोगों का बनाया हुआ ढांचा है, उनको धोखा देने के लिए जो आम जनता है। ये इतना स्ट्रॉन्ग, इतना मजबूत विचार जो है, वो भी 2500 साल पुराना है। ऐसा नहीं है कि वो नया हो, ऐसा नहीं है कि रैशनैलिटी, ये जिसको हम तर्क वितर्क कहते हैं, वो हमारे समाज में नहीं, वो भी मौजूद है। अगर हम बुद्ध को लें तो हमें मालूम है कि वो ये कह रहे हैं कि किसी बात पे इसलिए मत यकीन करो कि वो तुम्हारे पूर्वजों ने बताई है, किसी बात पे इसलिए मत यकीन करो कि वो तुम्हारी रिवायतों का, तुम्हारे पूर्वजों से जो तुम्हारे पास रिवायतें चली आ रही हैं, उनका हिस्सा है। किसी बात पर इसलिए मत यकीन करो कि वो ग्रंथों में लिखी हुई है, किसी बात पर इसलिए मत यकीन करो कि वो ज्यादातर लोग मानते हैं समाज के अंदर, बल्कि जब किसी बात को अपनी समझ के ऊपर परख लो और उसे सही समझो, तब उसे ग्रहण करो और उसे मानवता की अच्छाई के लिए इस्तेमाल करो। ये है शायद रैशनैलिटी की पहली बड़ी डेफिनेशन जो मुझे मिलती है। ये परिभाषा, खूबसूरत परिभाषा है रैशनैलिटी की। हमें ये वेदों में भी मिलती है, हमें ये जैन फिलॉसफी में भी मिलती है, और हमें ये सिख धर्म के अंदर भी मिलती। ये विचार, मजबूत विचार, हमारी प्रॉपर्टी का, जो हमारी दौलत है विचारों की, उसका एक हिस्सा है। लेकिन एक के बाद एक इस देश के अंदर राजा आते हैं, कुछ को हीरो बनाया जा रहा है आजकल, कुछ को विलेन बनाया जा रहा है आजकल। पर यह देखने की बात है कि वो जो ढांचा था, जिसकी बेसिस के ऊपर हिंदुस्तान की जनता को बांट करके हमेशा रखा गया 2500 साल तक, उसे किसी ने नहीं तोड़ा। इसके बावजूद कि इस्लाम आया इस देश के अंदर, जो जाति व्यवस्था में यकीन नहीं रखता, लेकिन जब यहां पहुंचा तो वो जातियों में बंट गए। मुसलमानों के अंदर लगभग उतनी ही जातियां हैं जितनी हिंदुओं के अंदर हैं, शायद हिंदुओं में ज्यादा। हमारे सारे धर्म, यहां तक के क्रिश्चियनिटी, उसने भी इस ढांचे को नहीं तोड़ा, बल्कि वो ढल गए इस ढांचे के अंदर। ये एक तरफ प्रोसेस चल रहा था
और दूसरी तरफ प्रोसेस चल रहा था इससे टकराव का। हमें ये अपनी अगली नस्लों को लगातार बताने की जरूरत है, और यहां जो बच्चे बैठे हैं उनको समझने की जरूरत है कि ये हमारी हिस्ट्री का हिस्सा है। और अगर हमारी हिस्ट्री का ये सब कुछ हिस्सा है, जिसमें अच्छाइयां भी हैं, जिसमें बुराइयां भी हैं, जिसके अंदर हमने अगर श्लोक पढ़ जाएं दलितों के कानों के अंदर, शूद्रों के कान के अंदर, तो सीसा पिघला के डाल दिया। हमने जब कोई विधवा हो जाए तो उसको जिंदा जला दिया, यह भी मौजूद है। तो सवाल यह है कि जब कोई कहे कि अपनी सभ्यता पे गर्व करो, अपने धर्म के ऊपर गर्व करो, अपने पूर्वजों के ऊपर गर्व करो, तो ये पूछना होगा कि हम किस चीज पर गर्व करें। क्योंकि कुछ चीजें ऐसी हैं जिन पे हम गर्व कर सकते हैं, और कुछ चीजें ऐसी हैं हमारे इतिहास के अंदर जिनसे नफरत करना हमारा और अगली नस्लों का धर्म है। दोस्तों, ये विचार मैं फिर से कह रहा हूं कि हमारी सभ्यता के अंदर मौजूद है, लेकिन ढांचा इन विचारों को नहीं मानता है। जो सामाजिक ढांचा है वो नहीं मानता है। ये विचार हमारे पास लौट करके आना शुरू होते हैं वेस्ट से, जहां इन विचारों को इंसान ढाल रहे हैं नए तरीकों से, नए लफ्जों में, नए शब्दों में। नई किताबें आ रही हैं हमारे पास जो इंडस्ट्रियल रेवोल्यूशन और साइंटिफिक रेवोल्यूशन के बाद का पीरियड, और हमारे देश के अंदर संघर्ष शुरू होता है अंग्रेजों की सत्ता के खिलाफ। उसमें इन विचारों का संघर्ष भी शामिल है। अगर आप सिर्फ एक नौजवान भगत सिंह की डायरी को पढ़ लें और उसकी किताब वाई आई एम एन एथीस्ट, सिर्फ इसको पढ़ लें, तो आपको यह एहसास होगा कि यह विचार हमारे स्वाधीनता संग्राम के आंदोलन का हिस्सा है। हम दो तरह की लड़ाई लड़ रहे हैं। भगत सिंह दो तरह के विचारों के लिए शहीद हो रहे हैं। एक तरफ इंपीरियलिज्म के खिलाफ खड़े हैं, तो ऐसा नहीं है कि वो समाज की बुराइयों की ऊपर से नजर हटा लेते हैं। भगत सिंह का संघर्ष और पूरे स्वतंत्रता संग्राम का संघर्ष अपने अंदर की बुराइयों के खिलाफ भी संघर्ष। भगत सिंह जो फांसी चढ़ने जा रहा है, वो साथ में यह भी लिख रहा है कि अगर अनटचेबिलिटी, अगर छूतछात हमारे समाज के अंदर रहती है तो हमें आजादी का हक नहीं। हमें इसके ऊपर नजर डालनी होगी और लगातार डालनी होगी, इसलिए कि आज भी हमारे समाज के अंदर वो बुराइयां मौजूद हैं। वो बुराइयां हमें अक्सर दिखाई नहीं देती, और बर्तोल्ट ब्रेख्त के शब्दों में अगर कहूं तो जब गारत गरी बारिश की तरह आती है तो कोई नहीं कहता रुक जाओ, थक जाओ, और जब जुर्म के ढेर लग जाते हैं तो वो आंखों से ओझल हो जाते हैं। ये सोचिए कि एक जमाना था जब प्रथा थी गुलाम प्रथा, जिसे हम कहते हैं। वो गुलाम प्रथा आज हम ताज्जुब से पलट के देखते हैं। बहुत हमें अजीब लगता है कि कैसे लोग थे जो गुलाम पाल रहे थे, जो गुलामों के ऊपर जुल्म कर रहे थे, और वो कैसे इंसान थे जो गुलाम बनने के लिए तैयार या मजबूर थे। पर ये आज सोच रहे हैं। उस वक्त का समाज, उस वक्त के लोग यही सोचते थे कि दुनिया को ऐसा ही होना चाहिए,
इंसानियत को ऐसा ही होना चाहिए, समाज को ऐसा ही होना चाहिए। कुछ लोगों को गुलामों का आका होना चाहिए और कुछ लोगों को गुलाम होना चाहिए। वो कन्विंस थे और उनके आंखों से ये बुराई छुपी हुई थी। वो ये नहीं समझते थे कि वो बहुत बुरी प्रथा से गुजर रहे हैं। ज्यादातर लोग कन्विंस थे कि ऐसे ही दुनिया चलती है, भगवान ने ऐसे ही बनाया दुनिया को। तो आज की बुराइयां हमारी आंखों से छुपी होती हैं। हमारे लिटरेचर का, हमारे कलम का, हमारे विचारों का, हमारी गोष्ठियों का, इन सब का मकसद असल में ये होना चाहिए कि हम आज की बुराइयों को देख पाएं, समझ पाएं और उनको कुरेद के निकालें। और सादत हसन मंटो की जबान में अगर कहें इस बात को, तो फिर ये कहेंगे कि अगर तुम्हें मेरी राइटिंग से, मेरी कहानियों से घिन आती है, बदबू आती है, तो ये समाज बदबू पैदा कर रहा है और तुम्हें समाज से घिन आनी चाहिए। हमें ये हिम्मत जुटानी होगी कि हम आज की बुराइयों को न सिर्फ लगातार देखें, परखें, बल्कि उसके बारे में लिखें। मैं वापस लौट रहा हूं अपने स्वतंत्रता संग्राम के संघर्ष की तरफ। दोस्तों, जब ये विचार टकराने शुरू होते हैं सामाजिक ढांचे के साथ, तो फिर इस बार एक बड़ी जीत होती है 2500 साल की हिस्ट्री में उन विचारों की जो समानता के विचार हैं, जो बेहतरीन इंसानी कदरों के विचार हैं, और हमारे कॉन्स्टिट्यूशन का गठन होता है। हमारा कॉन्स्टिट्यूशन समाज की चेतना, समाज की कॉन्शियसनेस से बिल्कुल विपरीत, बिल्कुल ऑपोजिट बातें कह रहा है। हमारा हमारा कॉन्स्टिट्यूशन सामाजिक मान्यताओं के बिल्कुल ऑपोजिट खड़ा है। समाज कह रहा है इंसान बराबर बराबर नहीं हो सकते, ऊंची जात नीची जात बराबर कैसे हो सकती है, सबको पढ़ने का अधिकार नहीं हो सकता, सिर्फ अपर कास्ट है जो पढ़ सकती है, अक्षर ज्ञान उनके लिए है। हमारा कॉन्स्टिट्यूशन कह रहा है इंसान इंसान बराबर है। वी द पीपल ऑफ इंडिया। हमारा समाज ये कह रहा है कि अक्षर ज्ञान सबके लिए है, हर एक को पढ़ने का हक है। समाज ये कह रहा है कि प्रॉपर्टी पे सबका हक नहीं है, और हमारा कॉन्स्टिट्यूशन कह रहा है कि हर नागरिक को प्रॉपर्टी का हक है। समाज ये कह रहा है कि अगर मोची है तो उसका बेटा मोची ही बनेगा। हमारा कॉन्स्टिट्यूशन कह रहा है कि सबको अपने प्रोफेशन का चुनने का हक है। ये अद्भुत बात है, ये अद्भुत बात है। ये बहुत ही ऐसी बात है जिसके ऊपर सवाल उठाना चाहिए, हमको पूछना चाहिए कि ऐसा चमत्कार कैसे हो गया एक ऐसे समाज के अंदर जो गैर बराबरी में यकीन रखता है और आज भी रखता है। मैं उस पर फिर आऊंगा लौट करके। जो मर्द औरत की बराबरी को एक्सेप्ट कर ही नहीं सकता, एक ऐसे समाज में एक ऐसी किताब आती है जिसे हम कॉन्स्टिट्यूशन कहते हैं। वो मर्द औरत बराबर कैसे हो सकते हैं? मर्द औरत बराबर, हमारे शास्त्र तो ये कह रहे हैं कि औरतें ताड़न की अधिकारी हैं, जिस तरह से जानवर अधिकारी।
ताड़ेंगे। एक ऐसे समाज के अंदर ये किताब पैदा होती। मैं जब इस किताब को खंगाल रहा था और समझने की कोशिश कर रहा था कि भारतीय होने के, हिंदुस्तानी होने के क्या मतलब है, जब ये सवाल मेरे दिमाग में उठ रहे थे, तब मेरे लिए बड़ी चिंता की बात यह थी कि जिन लोगों ने कॉन्स्टिट्यूएंट असेंबली में बाबा साहब अंबेडकर की अगुवाई में ये कॉन्स्टिट्यूशन लिखा और इसके ऊपर दस्तखत किए और इसे पारित किया, क्या वो लोग सारे के सारे इन वैल्यूज में यकीन रखते थे? तो मुझे ये लगता है कि मेजॉरिटी जिसने पार्लियामेंट के अंदर इस कॉन्स्टिट्यूशन के ऊपर साइन किए, वो शायद बाबा साहब अंबेडकर के हाथ का पानी भी नहीं पीते। वो औरत मर्द को घर में बराबरी दे ही नहीं सकते थे, वो अपनी बीवी को बराबरी नहीं दे सकते थे, वो अपनी बेटी को बेटा नहीं समझ सकते थे, वो बेटियों को बराबरी नहीं दे सकते थे घर के अंदर। तो फिर उन्होंने साइन क्यों कर दिए? इस कॉन्स्टिट्यूशन के अंदर क्या ऐसी बात थी कि उन्हें साइन करने पड़े? मेरे पास इसके दो जवाब हैं। शायद आप और भी जवाब तलाश कर सकते हैं और नई नस्लों को और जवाब तलाश करने चाहिए कि ऐसा अद्भुत चीज कैसे हो गई, ऐसा कैसे हो गया। मैं ये समझता हूं कि जो बाकी लोग थे, बाबा साहब अंबेडकर को छोड़िए, गांधी को छोड़िए, नेहरू को छोड़िए, मौलाना आजाद को छोड़िए, पटेल को छोड़िए, ये कुछ नाम हैं, और लेफ्ट मूवमेंट जो इस देश के अंदर बहुत स्ट्रांग था और दुनिया के अंदर बहुत स्ट्रांग था, और साइंस और साइंटिफिक टेम्पर का उस वक्त जिस तरह से बोलबाला था, उसकी वजह से बाकी लोगों को जो इन चीजों में यकीन नहीं रखते थे समाज के अंदर, उनको यह एहसास था कि हम कॉन्स्टिट्यूशन लिख भी नहीं सकते। एक कॉन्स्टिट्यूशन तो चाहिए, डेमोक्रेसी बननी आजादी के बाद। तो पाकिस्तान वालों ने तो बहुत आसान कर लिया मामले को कि अपना कॉन्स्टिट्यूशन इस्लाम के हवाले कर दिया, खत्म हुई बात, बना लो, एक धर्म का कॉन्स्टिट्यूशन क्रिएट कर लो। और उस धर्म के कॉन्स्टिट्यूशन ने उनके साथ क्या किया वो हमारी सबकी आंखों के सामने है। ऐसा नहीं है कि वो बहुत पुरानी हिस्ट्री हो गई हो, आज भी वहां जो कुछ हो रहा है हम देख रहे हैं अच्छी तरह। यहां पर ये कॉन्स्टिट्यूशन बनता है, ये लोग इसलिए साइन करते हैं कि इनको लिखने की औकात भी नहीं। और दूसरी बात जो ज्यादा इंपॉर्टेंट है वो ये है कि इनको ये यकीन है कि ये कुछ पागल लोग हैं, बाबा साहब अंबेडकर जैसे, नेहरू जैसे, गांधी जैसे, ये लोग हैं, ये अच्छी अंग्रेजी लिख सकते हैं, एक कॉन्स्टिट्यूशन बना सकते हैं, पढ़े लिखे हैं बहुत, करने दो इन्हें, बनाने दो किताब, परनाला वहीं बहेगा। इन पागल लोगों को लिखने दो। यहां भी बैठे हुए हैं बहुत सारे पागल, आपके बीच में भी। तो इन्हें करने दे जो कर रहे हैं, हमारा समाज वैसे ही चलेगा, हमारा पावर बैलेंस जो है वो वैसे का वैसे ही रहेगा जैसा 2500 साल से हमने बनाया। इसमें छूत छात रहेगी, इसके अंदर औरत मर्द की बराबरी नहीं होने देंगे हम, इसमें हम दलित बच्चों को पढ़ने नहीं देंगे,
इसके अंदर हम हिंदू मुसलमान करते रहेंगे, फर्क करते रहेंगे। ये इन्हें यकीन था। पर क्योंकि डेमोक्रेसी थी, क्योंकि उस वक्त अगुवाई लेफ्ट एंड डेमोक्रेटिक फोर्सेस की कयादत में इस टकराव में विचारों के जीत हो रही थी, इसलिए अगले कुछ सालों, अगले कुछ दशकों में कहीं से कोई दलित उठ गया, उसने कहा मेरा हक मुझे चाहिए, कॉन्स्टिट्यूशन कह रहा है। कहीं कोई महिला उठ खड़ी हुई जिसने कहा कि अब मुझे मेरा हक चाहिए। कहीं कोई नौजवान उठ खड़ा हुआ और उसने कहा कि मैं भी घोड़ी के ऊपर चढ़ के बारात ले जाऊंगा। किसी लड़की ने कहा कि मैं साइकिल चलाऊंगी, मैं मोटरसाइकिल चलाऊंगी, मैं कार चलाऊंगी, मैं भी पढ़ने जाऊंगी। और तब वो लोग जो समाज को जैसा था वैसा ही रखना चाहते थे, तिल मिलाने लगे। और वो तिल मिलाहट हमें आज दिखाई दे रही। ये तिल मिलाहट है जिसने इस वक्त हमें लगभग 16वीं शताब्दी के बाद के यूरोप में धकेल दिया है। और आप इस बात पर ध्यान दें, खासतौर से नौजवान इस बात के ऊपर ध्यान दें कि अगर हम 80 के दशक को देखें तो यह संघर्ष कहीं ज्यादा तेज हो जाता है। एक तरफ इस देश में साइंस मूवमेंट खड़ा हो रहा है और दूसरी तरफ बाबाओं का उदय हो रहा है। धीरेन्द्र ब्रह्मचारी टेलीविजन का इस्तेमाल करते हैं। पहला नए किस्म का बाबा इस देश को दिया जाता है, परोसा जाता है। और उसके बाद ऐसी फसलें उगती हैं कि अब हर गली चौराहे कोने कोने कदरे के ऊपर बाबा मौजूद है। ये वो ट्रेडिशनल पुराने बाबा नहीं है। हमारे यहां एक ट्रेडिशन रहा है जिसमें अध्यात्म करने वाले लोग अपने अपने इलाके और अपने अपने फॉलोअर्स क्रिएट करते थे। उसमें बहुत सारे नाम हैं, रामकृष्णन, ये वो वगैरह वगैरह बहुत सारे। पर वहां अध्यात्म का मामला था कुछ थोड़ा बहुत। मैं नास्तिक हूं तो मैं उसको भी क्रिटिकल नजर से देखता हूं, लेकिन यहां मुझे जो दिखाई देता है वो एक नया प्रोसेस दिखाई देता है। ये नए बाबा टेक्नोलॉजी का इस्तेमाल कर रहे हैं। ये नई फैक्ट्रीज बना रहे हैं। ये एक नया कॉरपोरेट सेक्टर क्रिएट कर रहे हैं जो मॉडर्न मैनेजमेंट की बेसिस के ऊपर चलाया जा रहा है। बिल्कुल वैसे ही जैसे हम एक फैक्ट्री चलाने वाले की पर्सनल लाइफ के ऊपर बात नहीं करते, यानी वो बलात्कारी हो सकता है तो वो अलग तरह से डील किया जाएगा, उसकी फैक्ट्री से लेना देना कुछ नहीं है। वो हो सकता है कि आर्म्स एम्यूनिशंस अवैध तरीके से इकट्ठा कर रहा हो, उसका कोई लेना देना नहीं। तो अब यहां अध्यात्म और धर्म से कोई लेना देना नहीं है इनका। अब ये बलात्कारी हैं, अब ये ऐसे हैं जो असलाहा जमा कर रहे हैं, जिनके पास से खूब सारा निकला था। लोगों का कहना यह है कि उन्होंने देखा कि कई ट्रक निकले उनके मठ से जो छुपाए गए। इनका प्रोडक्ट क्या है? इनका प्रोडक्ट है एंटी साइंस सुपरस्टिशन। ये नए नए प्रोडक्ट परोस रहे हैं।
और आप जरा गौर करें और ध्यान दें, हो सकता है कि हम यहाँ जो लोग बैठे हुए हैं वो इन्हें बेवकूफ माने, इनको ये समझें कि ये हंसने के काबिल हैं और सीरियसली ना लें। लेकिन कोई बाबा अपना प्रोडक्ट बना रहा है कि खीर चाटो तो तुम्हारी सारी परेशानियों का निवारण हो जाएगा। कोई बाबा कह रहा है कि कोको कोला की बोतल रख दो अपने फ्रिज के अंदर। कोई बाबा कह रहा है कि शांति के लिए ओम ओम का इतना उच्चार करो। ये पूरी एक रेंज है प्रोडक्ट्स की जो ये परोस रहे हैं और इसके लिए ये चार्ज कर रहे हैं, ये बेच रहे हैं उसे। किसी के पास जाने के लिए आपको 2000 देने हैं तो किसी के मठ में जाने के लिए आपको 50,000 देने हैं। और अभी जो नए बाबा पैदा हुए हैं जो अंग्रेजी बोलते हुए बकबक करते हैं तरह तरह की, और बहुतों को ये लगता है कि अंग्रेजी जबान में अगर कोई बोल रहा है तो बहुत अक्लमंद है, सारा ज्ञान है उसको। उन बाबा का पढ़ रहा था मैं कि वो 2.5 लाख 3 लाख और 50 लाख तक चार्ज करते हैं। तो ये मॉडर्न कॉरपोरेट सेक्टर है जिसके ऊपर हमारा ध्यान नहीं गया। हम लोगों ने इन हालात को अच्छी तरह नहीं आंका। ये कितना खतरनाक डेवलपमेंट समाज के अंदर हो रहा है उसके ऊपर हमारी नजरें नहीं पड़ी। इन बाबाओं ने जमीनों के ऊपर कब्जा किया जो ज्यादातर 99% अवैध था। इन्होंने कत्ल किए। एक बाबा के ऊपर चार्ज ये है कि उन्होंने अपने खुद गुरु को ही कत्ल कर दिया और वो उससे ऊपर उठे। वो खुद टेढ़े मेढ़े हैं थोड़े से, लेकिन सबको ये बताते हैं कि मैं तुम्हें ठीक कर सकता हूं। दूसरे बाबा के ऊपर चार्ज है अपनी बीवी को कत्ल करने का, जो आजकल बड़ी न्यूज में है। तो ये जो प्रोसेस था, ये जो डेवलपमेंट था, लेफ्ट एंड डेमोक्रेटिक फोर्सेस को, हमारे कलम को इसको नहीं पहचाना। हम उस तरह से मजबूती से इसके खिलाफ नहीं खड़े हो पाए क्योंकि यह मामला धर्म के साथ उलझा हुआ था। और जब धर्म के साथ चीजें उलझ जाती हैं तो हम डिफेंसिव पे चले जाते हैं। कर रहा है धर्म की तो बात कर रहा है, हमें पहचानना होगा कि धर्म की बात नहीं कर रहा। और अगर ये हमारे चूकने की वजह से एक से दूसरा कदम आगे बढ़ाते चले गए तो आगे देखिए कि क्या होता है। आगे ये हो रहा है इस देश के अंदर कि उस वक्त के जब हम आजादी की जंग लड़ रहे थे तो भगत सिंह एक किताब के बाद दूसरी किताब पढ़ रहे थे और उस छोटी सी जिंदगी में उन्होंने लगभग 200-300 किताबों के नाम दर्ज किए। और ये दुनिया के अलग अलग हिस्सों में बैठे हुए लोग लिख रहे थे, वो किताबें आ रही थी और बेचैन रहते थे, किताबें मंगाते थे लाहौर यूनिवर्सिटी की लाइब्रेरी, उस कॉलेज में। और इसलिए भगत सिंह ने दोस्ती गांठी थी लाइब्रेरियन के साथ ताकि उनको किताबें मिलती रहें। और अक्सर यह भी होता था कि वो लाइब्रेरियन की जो एक ही खाट थी उसके ऊपर सो जाते थे और लाइब्रेरियन साहब को नीचे जमीन में सोना पड़ता था। ये थी चाह पढ़ने की, इल्म हासिल करने की। और अगर हम कांग्रेस के उस वक्त के नेताओं को देखें, लेफ्ट को तो छोड़ दीजिए, उनको तो पढ़ने की आदत होती है, झक झक होती है उनको।
लगातार पढ़ते रहने की और ज्ञान हासिल करने की। लेकिन खुद कांग्रेस के नेताओं को देखिए, नेहरू, गांधी, आजाद, इन लोगों की बात किन से हो रही है? इनकी परवरिश कहां हो रही है? ये कहां से उठ रहे हैं? हिंदुस्तान का बेहतरीन दिमाग इनके चारों तरफ है। आप उस वक्त के बेहतरीन लेखकों को देख लीजिए, उनके साथ पर्सनल ताल्लुकात हैं। आप बेहतरीन पोइट्स को देख लीजिए, उनके साथ पर्सनल ताल्लुकात हैं। बेहतरीन साइंटिस्ट, भाभा से लेकर के, भटनागर से लेकर के, सीवी रमन से लेकर के, किसी के बारे में आप देखिए, डायरेक्ट एक्सेस है नेहरू और गांधी के साथ इनकी। और सिर्फ हमारे देश के नहीं, बल्कि दुनिया के बेहतरीन दिमागों के साथ इनके वार्तालाप है, इनकी बातचीत है, इनकी कन्वर्सेशन। आइंस्टाइन से लेकर के, रदरफोर्ड से लेकर के, बाकी जितने फिलोसोफर्स हैं उस वक्त, उनके साथ बातचीत है, विचारों का आदान प्रदान। तो उस वक्त की जो पॉलिटिकल लीडरशिप है, चाहे हम भगत सिंह को देखें और चाहे नेहरू और गांधी को देखें, उनकी परवरिश दुनिया के बेहतरीन दिमागों के बीच में हो रही है। और इसलिए वो कॉन्स्टिट्यूशन लिख पाए, इसलिए वो एक ऐसे समाज का ख्वाब देख पाए जिसमें बराबरी हो। और आज जो लीडरशिप है, ये कहां आ गए? आज जो लीडरशिप है वो कहां पैदा हुई है, वो कहां पली बढ़ी है, उसकी परवरिश कहां हुई है? अगर हम नजर डालें तो अडवाणी, वाजपेयी, वहां से लेकर के अमित शाह तक, या छुटवैयों को भी देख लीजिए, ये बाबाओं के पैर छूकर बड़े हुए हैं। ये आरएसएस की शाखाओं में पले बड़े लोग हैं, जहां दिमाग खोले नहीं जाते, जहां दिमाग बंद किए जाते हैं। ये वो लोग हैं जिनमें से एक साहब तो बड़े फख्र के साथ कह रहे थे टेलीविजन के ऊपर कि मैंने ज्यादा नहीं पढ़ा है, मैं 10वां पास हूं, और वो आज प्रधानमंत्री हैं। ये बात अलग है कि गुजरात यूनिवर्सिटी और दिल्ली यूनिवर्सिटी उनके लिए डिग्रियां बना रही है, लेकिन उनका अपना बयान ही है, और शायद जिंदगी में एक ही सच बोला है उन्होंने। तो एक तरफ पॉलिटिकल लीडरशिप है जो दुनिया के बेहतरीन दिमागों के साथ पल बढ़ी और कॉन्स्टिट्यूशन लिख पाई और एक बराबर समाज का ख्वाब देख पाई, और दूसरी तरफ अब वो लीडरशिप है जो बाबाओं के आश्रमों में पली बढ़ी, शाखाओं में पली बढ़ी। तो एक और प्रोसेस होना ही था कि सत्ता बाबाओं के बीच में एक नेक्सस क्रिएट होना था, और वो नेक्सस हमें दिखाई दे रहा है। और खुद यूपी को अगर लें तो एक बाबा ही अब सत्ता पे कब्जा कर चुके हैं। अगर इनकी प्रॉपर्टी पर बाबाओं की नजर डालें तो शुरू के 5 बाबाओं को, 10 बाबाओं को आप ले लीजिए। मैं एक वैसे ही कैलकुलेशन कर रहा था, बैठ के, कभी कभी खाली दिमाग होता है तो आप खेलना शुरू कर देते हैं। इस देश के अंदर
3,80,00,000 बच्चे 10वीं क्लास तक पढ़ते हैं। अगर इन बाबाओं की प्रॉपर्टी को ले लिया जाए तो हर बच्चे को न सिर्फ ये कि मुफ्त शिक्षा दी जा सकती है, बल्कि हर एक बच्चे को 30,000 रुपए के करीब स्कॉलरशिप दिया जा सकता है पर मंथ। हमें ये बताया जाता है ना अक्सर कि सरकार के पास पैसा नहीं है, कैसे चलाएंगे स्कूल? प्राइवेटाइजेशन कर दो। यूनिवर्सिटी कैसे चलाएंगे? प्राइवेटाइजेशन कर दो। क्या कह रहे हैं आप? जो लोग ये आर्गुमेंट देते हैं कि सरकार के पास पैसा नहीं है इसलिए 30,000 स्कूल बंद कर दिए जाएं यूपी के अंदर, राजस्थान पीछे नहीं है कुछ उससे, और मध्य प्रदेश भी पीछे नहीं है। लगातार पिछले 10-15 सालों में स्कूल बंद किए गए, और आर्गुमेंट क्या है कि सरकार के पास पैसा नहीं। हो सकता है सरकार के पास पैसा नहीं हो, देश के पास पैसा है। अगर ये बाबा हैं और इनके पास इतनी प्रॉपर्टी है तो देश के पास पैसा है। अगर प्राइवेट सेक्टर आ रहा है तो प्राइवेट सेक्टर का पैसा देश का पैसा है। देश के पास पैसे की कमी नहीं है। हम यहां आ गए और इसके खिलाफ नई नस्ल को उठना पड़ेगा। ये जो नेक्सस है बाबाओं का, पॉलिटिकल लीडरशिप का और क्रोनी कैपिटल का, वो भयानक है। और अगर हम इसको प्रोसेस को नहीं समझ पाए और हमारे कलम की धार ने इस प्रोसेस को नहीं काटा, लोगों को चेतना को नहीं बढ़ाने की कोशिश की, तो आगे आने वाली नस्लों के लिए बहुत बुरा भारत पैदा करके हम यह छोड़ के जाएंगे। दोस्तों, इस वक्त साइंटिफिक टेम्पर के ऊपर और साइंटिफिक रैशनैलिटी के ऊपर बहुत बड़ा हमला है। और ये जो नेक्सस जिसकी मैं बात कर रहा हूं, इसकी तरफ से चौतरफा हमला है। क्योंकि जो पावर बैलेंस जिसकी मैं बात कर रहा था समाज में, उसको इस कॉन्स्टिट्यूशन ने और साइंटिफिक टेम्पर ने अनबैलेंस कर दिया है, उसके ऊपर प्रहार किया है, उसमें दरारें पैदा कर दी हैं। और इन दरारों को बांटने का उनके पास एक ही तरीका है, साइंस के ऊपर, साइंटिफिक रैशनैलिटी के ऊपर हमला करो। और वो हमला हमें प्राइम मिनिस्टर से लेकर के और बाबाओं तक दिखाई देता है कि लगातार कर रहे हैं। अब वो यही नहीं है, अब वो वाइस चांसलर कर रहे हैं। अब वो हमला साइंटिफिक इंस्टीट्यूशन के डायरेक्टर्स कर रहे हैं। एक साहब हैं जो भूत बुलाने लगे, दूसरे साहब हैं जो बता रहे हैं कि गाय का मूत्र पीना कितना अच्छा है। पर ये प्राइम मिनिस्टर से शुरू होता है। जब मोदी ने यह कहा कि प्लास्टिक सर्जरी का सबसे अहम प्रमाण हमारे यहां हजारों साल से थी, गणेश जी हैं, तो हम में से बहुतों के चेहरे के ऊपर मुस्कुराहट आ गई, जैसे आपके अभी आई है। या किसी ने कहा कि गोबर जो है वो एटॉमिक वेव्स को भी, अगर एटम बॉम्ब का अटैक हो तो उसकी वेव्स को भी रोक देगा या हमें प्रोटेक्ट करेगा। या किसी ने कहा कि मोर का प्रजनन आंसुओं से होता है।
या किसी और ने कहा कि करण जो है वो टेस्ट ट्यूब बेबी थे, या किसी एक और साहब ने कहा कि हमारे यहाँ तो देखिए वो संजय थे जिनकी आंखों देखा हाल बता रहे थे, इसका मतलब ये कि टेलीविजन था तो इंटरनेट था तो सैटेलाइट था तो रॉकेट था, और रॉकेट था तो एटम बम था, तो सब कुछ हमारे पास था। अगर मेरे और आपके जैसा कोई आदमी सड़क पे चलता हुआ ये बातें कहे, तब परेशान होने की शायद जरूरत नहीं है, हम कहेंगे पागल है। पर जब नेहरू लिखते हैं कि इस देश का भविष्य साइंटिफिक टेम्पर के ऊपर आधारित होगा, तो नीचे तक एक मैसेज जाता है, पॉलिसीज उसके ऊपर बनाई जाती है। पर ये शाखाओं में पला हुआ प्राइम मिनिस्टर, ये बाबाओं के पैर छूकर बड़ा होने वाला प्राइम मिनिस्टर, जब ऐसा स्टेटमेंट देता है कोई, तो भी एक नीचे तक मैसेज जाता है। पॉलिसीज फिर उसके ऊपर बनती हैं, और फिर एनसीईआरटी आपके बच्चों की किताबों की सिलेबस में से डार्विन का सिद्धांत निकाल देता है। तब फिर पाइथागोरस थ्योरम निकाल दी जाती है। तब फिर पीरियोडिक टेबल को अलग कर दिया जाता है। क्यों? इसलिए कि मैंने कहा था 3,80,00,000 बच्चे जो पढ़ रहे हैं, उनको आगे बाबाओं के लिए तैयार करना है, उनको उस भक्ति के लिए तैयार करना है जिसपे पूरा समाज ढला हुआ था। और यहां ख्यालात का टकराव है। डार्विनिज्म आप कैसे पढ़ाएंगे जब बाबा प्रवचन दे रहे हैं कि सर से पैदा हुए, यहां से पैदा हुए, वहां से पैदा हुए। ये बात अलग है कि हमें एक ही तरीका इंसान के पैदा होने का पता है, उनको ये तरीका पता है सर और पैर वगैरह का, कम से कम साइंस नहीं मानती। यहां ख्यालात का टकराव होगा, तो आप ऐसी जनरेशन पैदा करेंगे जिसमें। पर कई लोगों ने मुझसे ये पूछा कि भाई पीरियोडिक टेबल क्यों हटा दी? पीरियोडिक टेबल में तो सिर्फ यही लिखा हुआ है ना कि ऑक्सीजन कहाँ होती है और हाइड्रोजन कहाँ होती है और हीलियम कहाँ होती है और प्लूटोनियम कहाँ पे आएगा, वही तो बता रही है। ये इसे क्यों हटा दिया? जब आपको इसरो को जबरदस्ती ये ऑर्डर देना है कि तुम आकाश तत्व के ऊपर इंटरनेशनल कॉन्फ्रेंस करो, तब फिर आप पीरियोडिक टेबल कैसे पढ़ा सकते हैं? नहीं पढ़ा सकते। टकराव होगा विचारों का। इस विचारों के टकराव में हम कहां खड़े हैं, यह हमें तय करना होगा। तो सिर्फ समाज की बुराइयों पर, समाज की कमियों के ऊपर, इस नेक्सस के ऊपर, बदलते हुए पॉलिटिकल एनवायरनमेंट के ऊपर नजर डालने से काम नहीं चलेगा। सिर्फ गोष्ठी करके वापस जाने से काम नहीं चलेगा। सिर्फ चीरफाड़ करने से चीजों का काम नहीं चलेगा। मैं मार्क्सिस्ट हूं और आपको मार्क्स की कोटेशन याद दिला दूं कि अब तक हिस्ट्री को इंटरप्रेट किया गया है, बात यह है कि हिस्ट्री बदली कैसे जाए, समाज बदला कैसे जाए। तो हम ये सब नजरें डालेंगे, लेकिन फिर एक कदम आगे जाने की जरूरत है। हम इस समाज को कैसे बदलेंगे? आपके 2 दिन का सेमिनार मेरे ख्याल में इस पर नजर डालेगा, और हम कोई ना कोई सोल्यूशन निकालेंगे कि किस तरह से उन बेहतर ख्वाबों को, जिनके लिए भगत सिंह जैसे शहीदों ने अपनी जान दी, उनको कैसे साकार करेंगे।
मुझे नई नस्ल से बहुत उम्मीदें हैं। बहुत बहुत शुक्रिया। ਕੇਂਦਰੀ ਪੰਜਾਬੀ ਲੇਖਕ ਸਭਾ ਦੀ ਕਾਨਫਰੰਸ ਵਿੱਚ ਅਸੀਂ ਜੁੜ ਬੈਠੇ ਹਾਂ ਔਰ ਕਾਨਫਰੰਸ ਦਾ ਪਹਿਲਾ ਜਿਹੜਾ ਸੈਸ਼ਨ ਹੈ ਉਹਦਾ ਜਿਹੜਾ ਵਿਸ਼ਾ ਰੱਖਿਆ ਗਿਆ ਉਹ ਬਹੁਤ ਹੀ ਮਹੱਤਵਪੂਰਨ ਹੈ ਕਿ ਸਾਡਾ ਦੇਸ਼ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਪਹੁੰਚ ਗਿਆ। ਰਜ਼ਾ ਗੌਰ ਸਾਹਿਬ ਨੇ ਇਸ ਵਿਸ਼ੇ ਤੇ ਬੜੇ ਖੂਬਸੂਰਤ ਢੰਗ ਨਾਲ ਦਲੀਲ ਢੰਗ ਨਾਲ ਆਪਣੇ ਵਿਚਾਰ ਰੱਖੇ ਹੈ। ਇਸੇ ਸੰਦਰਭ 'ਚ ਕੁਝ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗਾ। ਜੇ ਮੈਂ ਅੱਜ ਸੋਚਦਾ ਆਪਣੇ ਦੇਸ਼ ਬਾਰੇ, ਇੱਕ ਤਾਂ ਸਾਡੇ ਸਾਹਮਣੇ ਦੇਸ਼ ਦਾ ਇਤਿਹਾਸ ਹੈ, ਉਹਦੀ ਥੋੜੀ ਬਹੁਤੀ ਗੱਲ ਕਰਾਂਗਾ। ਜੋ ਅੱਜ ਮੈਂ ਦੇਸ਼ ਬਾਰੇ ਸੋਚਦਾ, ਮੈਂ ਸਮਝਦਾ ਕਿ ਅੱਜ ਦਾ ਭਾਰਤ ਇੱਕ ਡਰਿਆ ਹੋਇਆ ਭਾਰਤ ਹੈ। ਇਹਦੇ ਵਿੱਚ ਕੁਝ ਮੀਡੀਆ ਦੇ ਲੋਕ ਚੋਣਵੇਂ, ਕੁਝ ਚੋਣਵੇਂ ਸਿਆਸਤਦਾਨ, ਕੁਝ ਚੋਣਵੇਂ ਬੁੱਧੀਜੀਵੀ ਬੋਲਣ ਦੀ ਕੋਸ਼ਿਸ਼ ਕਰ ਬੋਲ ਰਿਹਾ ਹੈ। ਬਹੁ ਗਿਣਤੀ ਮੀਡੀਆ, ਬਹੁ ਗਿਣਤੀ ਸਿਆਸਤਦਾਨ, ਬਹੁ ਗਿਣਤੀ ਬੁੱਧੀਜੀਵੀ ਡਰੇ ਹੋਏ ਆ ਤੇ ਖਾਮੋਸ਼ ਹੋ ਗਏ। ਅੱਜ ਦੇ ਭਾਰਤ ਦੀ ਇਹ ਹਕੀਕਤ ਹੈ। ਜੇ ਅਸੀਂ ਥੋੜੀ ਜਿਹੀ ਇਤਿਹਾਸ ਵਾਲੇ ਪਾਸੇ ਝਾਤੀ ਮਾਰੀਏ ਤੇ ਹਜ਼ਾਰਾਂ ਸਾਲਾਂ ਤੋਂ ਲੋਕ ਇੱਥੇ, ਜਿੱਦਾਂ ਦਰਿਆਵਾਂ ਦਾ ਪਾਣੀ ਆਉਂਦਾ, ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਹਜ਼ਾਰਾਂ ਸਾਲਾਂ ਤੋਂ ਲੋਕ ਇੱਥੇ ਵਸਦੇ ਗਏ ਆ ਕੇ। ਇੱਥੇ ਲੋਕਾਂ ਦੇ ਆਉਣ ਦਾ ਵੀ ਇਤਿਹਾਸ ਹੈ, ਕੌਣ-ਕੌਣ ਕਿੱਥੋਂ ਆਇਆ, ਇੱਥੇ ਕੌਣ-ਕੌਣ ਕਿੱਥੋਂ ਹਮਲਾਵਰ ਆਏ, ਉਹਨਾਂ ਦਾ ਵੀ ਇਤਿਹਾਸ ਹੈ। ਉਹਨਾਂ ਨੇ ਕਿੰਨਾ ਚਿਰ ਹਕੂਮਤਾਂ ਕੀਤੀਆਂ, ਕੀ ਕੀਤਾ, ਇਹ ਵੀ ਇਤਿਹਾਸ ਹੈ। ਤੇ ਨਾਲ ਇੱਕ ਸਾਡੇ ਲੋਕਾਂ ਦਾ ਜਿਹੜਾ ਉਹ ਇੱਕ ਬੌਧਿਕ ਤੇ ਸੱਭਿਆਚਾਰਕ ਇਤਿਹਾਸ ਵੀ ਹੈ। ਉਹਦੇ 'ਚ ਜੇ ਗੱਲ ਬਹੁਤੀ ਪੁਰਾਣੀ ਨਾ ਕਰੀਏ ਤੇ ਵੇਦਾਂ ਤੋਂ ਸ਼ੁਰੂ ਹੁੰਦੀ ਹੈ, ਉਪਨਿਸ਼ਦਾਂ ਤੋਂ ਹੁੰਦੀ ਹੈ। ਇੱਕ ਬੌਧਿਕ ਸਿਲਸਿਲਾ ਇੱਥੇ ਚੱਲਦਾ ਤੇ ਹੌਲੀ ਜਿਹੜੇ ਇੱਥੇ ਲੋਕ ਆ ਕੇ ਵਸਦੇ ਆ ਵੱਖ-ਵੱਖ ਖਿੱਤਿਆਂ ਦੇ ਵਿੱਚ, ਉਹ ਆਪਣੇ ਉੱਥੇ ਦੇ ਕੁਦਰਤੀ ਜਿਹੜੇ ਸਾਧਨ ਹੈ ਉਹਨਾਂ ਦੇ ਮੁਤਾਬਕ ਆਪਣੀ ਰੋਟੀ ਰੋਜ਼ੀ ਕਮਾਉਂਦੇ ਆ, ਆਪਣੀਆਂ ਜ਼ਬਾਨਾਂ ਵਿਕਸਿਤ ਕਰਦੇ ਆ ਇੱਕ ਦੂਜੇ ਨਾਲ ਸੰਪਰਕ ਕਰਨ ਲਈ, ਆਪਣੇ ਉਹਨਾਂ ਦੇ ਇਤਿਹਾਸ ਬਣਦੇ ਆ ਤੇ ਹੌਲੀ ਇਹ ਸਿਲਸਿਲਾ ਅੱਗੇ ਵੱਧਦਾ। ਤੇ ਹਕੂਮਤਾਂ ਜਿਹੜੀਆਂ ਲੰਮੇ ਸਮੇਂ ਤੱਕ 800 ਸਾਲ ਤੱਕ ਮੁਗਲ ਜਾਂ ਜਿਹੜੇ ਇਸਲਾਮ ਨਾਲ ਸੰਬੰਧਿਤ ਰੂਲਰ ਸੇ ਉਹ ਕਰ ਗਏ, 200 ਸਾਲ ਅੰਗਰੇਜ਼ ਕਰ ਗਏ। ਉਹ ਜਿਹੜਾ ਰਾਜਨੀਤਿਕ ਇਤਿਹਾਸ ਹੈ ਅਸੀਂ ਜਾਣਦੇ ਹਾਂ। ਪਰ ਲੋਕਾਂ ਨੇ ਇੱਥੇ ਆ ਕੇ ਵਸੇ ਆ, ਆਪਣੇ ਕੁਦਰਤੀ ਵਸੀਲਿਆਂ ਮੁਤਾਬਕ ਉਹਨੇ ਆਪਣੀ ਜੀਵਨ ਜਾਂਚ ਬਣਾਈ ਹੈ, ਆਪਣੀ ਆਰਥਿਕਤਾ ਖੜੀ ਕੀਤੀ ਹੈ, ਆਪਣੇ ਸੱਭਿਆਚਾਰ ਜ਼ਬਾਨਾਂ ਖੜੀਆਂ ਵਿਕਸਿਤ ਕੀਤੀਆਂ। ਤੇ ਜਦੋਂ ਦੇਸ਼ ਜਿਹੜਾ ਆ ਆਜ਼ਾਦੀ ਦੇ ਨੇੜੇ ਪਹੁੰਚਦਾ ਤਾਂ ਉਸ ਸਮੇਂ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਅੰਦਰ ਵੱਖ-ਵੱਖ ਭਾਸ਼ਾਈ ਕੌਮਾਂ, ਜਿਨ੍ਹਾਂ ਨੂੰ ਅਸੀਂ ਕੌਮੀਅਤਾਂ ਕਹਿੰਦੇ ਆ, ਉਹ ਹੋਂਦ ਵਿੱਚ ਆ ਚੁੱਕੀਆਂ ਹੋਣੀਆਂ। ਭਾਵੇਂ ਕਿ ਅੰਗਰੇਜ਼ਾਂ ਨੇ ਜਿਹੜੇ ਇਲਾਕੇ ਜਿੱਤੇ ਉਹਨਾਂ ਨੂੰ ਉਸ ਹਿਸਾਬ ਨਾਲ ਇਕੱਠੇ ਕਰ ਲਿਆ, ਪਰ ਇਹਦੇ ਬਾਵਜੂਦ ਵੱਖ-ਵੱਖ ਭੂਗੋਲਿਕ ਖਿੱਤਿਆਂ 'ਚ ਕੌਮੀਅਤਾਂ ਹੋਂਦ 'ਚ ਆਈਆਂ। ਉਹਨਾਂ ਨੇ ਆਪਣੇ ਇਤਿਹਾਸ, ਵਿਰਸਾ, ਸੱਭਿਆਚਾਰ, ਆਪਣੇ ਖਾਣੇ, ਆਪਣੇ ਪਹਿਰਾਵੇ, ਆਪਣੇ ਗਾਣੇ ਵਿਕਸਿਤ ਕੀਤੇ। ਉਹਨਾਂ ਦੇ ਜਿਹੜੇ ਨਾਇਕ ਸੀਗੇ ਉਹਨਾਂ ਨੇ ਲੋਕਾਂ ਦੀਆਂ ਅਗਵਾਈਆਂ ਕੀਤੀਆਂ, ਸਟਰਗਲ ਜਿਹੜੀ ਚੱਲੀ। ਇਸ ਤਰ੍ਹਾਂ ਇੰਡੀਆ ਜਿਹੜਾ ਹੌਲੀ ਮਲਟੀ ਨੈਸ਼ਨਲ ਕੰਟਰੀ ਬਣ ਗਿਆ। ਵੀ ਵਨ ਨੇਸ਼ਨ ਸਟੇਟ ਨਹੀਂ ਹੈ। ਅੱਜ ਬੋਲਿਆ ਜਾ ਰਿਹਾ ਜਾਂ ਥੋਪਿਆ ਜਾ ਰਿਹਾ ਜਿਹੜਾ ਨੇਸ਼ਨ ਦਾ ਕਨਸੈਪਟ ਹੈ, ਸਭ ਤੋਂ ਝੂਠਾ ਕਨਸੈਪਟ ਇਹ ਹੈ ਕਿ ਇੰਡੀਆ ਵਨ ਨੇਸ਼ਨ ਸਟੇਟ ਹੈ। ਇੰਡੀਆ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹੀ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਮਲਟੀ ਨੈਸ਼ਨਲ ਕੰਟਰੀ ਸੀਗਾ ਤੇ ਅੱਜ ਵੀ ਮਲਟੀ ਨੈਸ਼ਨਲ ਕੰਟਰੀ ਹੈ। ਇੱਥੇ ਵੱਖ-ਵੱਖ ਭੂਗੋਲਿਕ ਖਿੱਤਿਆਂ 'ਚ ਰਹਿਣ ਵਾਲੇ ਲੋਕਾਂ ਦੀਆਂ ਆਪਣੀਆਂ ਜ਼ਬਾਨਾਂ ਆ, ਆਪਣਾ ਇਤਿਹਾਸ ਹੈ, ਆਪਣਾ ਸੱਭਿਆਚਾਰ ਹੈ, ਆਪਣੇ ਖਾਣੇ ਆ, ਆਪਣੇ ਗਾਣੇ ਆ, ਆਪਣੀਆਂ ਉਹਨਾਂ ਦੀਆਂ ਜੀਵਨ ਦੀਆਂ ਫਿਲਾਸਫੀਆਂ, ਆਪਣੇ ਉਹਨਾਂ ਦੇ ਨਾਇਕ ਹੈ। ਇਸ ਤਰ੍ਹਾਂ ਦੇ ਦੇਸ਼ ਨੂੰ ਚਲਾਉਣ ਲਈ ਆਜ਼ਾਦੀ ਤੋਂ ਪਹਿਲਾਂ ਵੀ, ਆਜ਼ਾਦੀ ਤੋਂ ਬਾਅਦ ਵੀ ਸੈਕੂਲਰ, ਡੈਮੋਕ੍ਰੈਟਿਕ ਤੇ ਫੈਡਰਲ ਪੋਲਿਟੀ ਦੀ ਲੋੜ ਸੀਗੀ। ਇਹ ਦੇਸ਼ ਦੀ ਬਦਕਿਸਮਤੀ ਹੈ ਕਿ 1947 'ਚ ਧਰਮ ਦੇ ਆਧਾਰ ਤੇ ਦੇਸ਼ ਦੀ ਵੰਡ ਹੋ ਗਈ ਔਰ
ਪਾਕਿਸਤਾਨ ਸਾਤੋਂ ਵੱਖ ਹੋ ਗਿਆ, ਪੂਰਬੀ ਪਾਕਿਸਤਾਨ ਜੀ ਜੋ ਅੱਜ ਬੰਗਲਾਦੇਸ਼ ਹੈ ਉਹ ਵੱਖ ਹੋ ਗਿਆ। ਕੌਮੀਅਤਾਂ ਦਾ ਸਵਾਲ ਨਾ ਪਾਕਿਸਤਾਨ 'ਚ ਹੱਲ ਹੋਇਆ, ਨਾ ਹਿੰਦੁਸਤਾਨ 'ਚ ਹੱਲ ਹੋਇਆ। ਪਾਕਿਸਤਾਨ ਦੇ ਅੰਦਰ ਵੀ ਸਿੰਧੀ, ਬਲੋਚੀ, ਪਠਾਨ ਜਿਹੜੇ ਆ ਉਹ ਆਪਣੀ ਹੋਂਦ ਲਈ, ਆਪਣੇ ਅਧਿਕਾਰਾਂ ਲਈ ਲੜ ਰਹੇ ਆ। ਤਾਂ ਹਿੰਦੁਸਤਾਨ ਦੇ ਅੰਦਰ ਵੀ ਜਿਹੜੀਆਂ ਵੱਖ-ਵੱਖ ਕੌਮੀਅਤਾਂ, ਜਿਹੜੀਆਂ ਉਹਨਾਂ ਦਾ ਆਧਾਰ ਭਾਸ਼ਾ ਆ, ਸੱਭਿਆਚਾਰ ਆ, ਇਹਦੇ ਆਧਾਰ ਤੇ ਆਪਣੇ ਹੱਕ ਅਤੇ ਅਧਿਕਾਰ ਚਾਹੁੰਦੀਆਂ। ਤੁਸੀਂ ਸਾਰਿਆਂ ਨੇ ਦੇਖਿਆ, ਇਤਿਹਾਸ 'ਚ ਪੜ੍ਹਿਆ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਕਾਂਗਰਸ ਨੇ ਇਹ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਆਜ਼ਾਦੀ ਤੋਂ ਬਾਅਦ ਭਾਸ਼ਾਈ ਆਧਾਰ ਤੇ ਸੂਬਿਆਂ ਦਾ ਗਠਨ ਹੋਏਗਾ। ਉਹ ਇੱਕ ਕਿਸਮ ਦਾ ਕੌਮੀਅਤਾਂ ਦੀ ਹੋਂਦ ਨੂੰ ਮੰਨਣ ਦੀ ਗੱਲ ਸੀਗੀ। ਪਰ ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਹੀ ਇਸ ਕਨਸੈਪਟ ਨੂੰ ਛੱਡ ਦਿੱਤਾ, ਨਾ ਕਰ ਦਿੱਤੀ, ਤੇ ਫਿਰ ਦੇਸ਼ ਦੇ ਅੰਦਰ ਜਿਹੜੇ ਕੌਮੀਅਤਾਂ ਨੇ ਆਪਣੇ ਸੰਘਰਸ਼ ਕੀਤੇ ਤੇ ਭਾਸ਼ਾਵਾਂ ਦੇ ਆਧਾਰ ਤੇ ਸੂਬਿਆਂ ਦਾ ਗਠਨ ਕਰਾਇਆ। ਇਸ ਸਾਡੇ ਸੰਵਿਧਾਨ 'ਚ ਜਿਹੜੇ ਰਜ਼ਾ ਸਾਹਿਬ ਕਹਿ ਰਹੇ ਸੀ ਕਿ ਜਿਹੜਾ ਉਸ ਵੇਲੇ ਦਸਤਖਤ ਕੀਤੇ ਸੰਵਿਧਾਨ ਤੇ, ਉਹ ਸਾਰੇ ਸੰਵਿਧਾਨ ਦੀ ਫਿਲਾਸਫੀ ਹੈ ਜਿਹੜੀ ਸਾਰਿਆਂ ਦੇ ਬਰਾਬਰ ਅਧਿਕਾਰ ਜਾਂ ਔਰਤਾਂ ਦੇ ਅਧਿਕਾਰ, ਉਹਦੇ ਨਾਲ ਸਹਿਮਤ ਨਹੀਂ ਹੋਣਗੇ, ਪਰ ਦਸਤਖਤ ਉਹਨਾਂ ਨੇ ਕੀਤੇ। ਦਸਤਖਤ ਉਹਨਾਂ ਨੇ ਡਾਕਟਰ ਅੰਬੇਦਕਰ ਕਰਕੇ ਵੀ ਕੀਤੇ ਹੋਣਗੇ, ਦਸਤਖਤ ਉਹਨਾਂ ਨੇ ਇਸ ਕਰਕੇ ਵੀ ਕੀਤੇ ਕਿ 100 ਸਾਲ ਜਿਹੜਾ ਆਜ਼ਾਦੀ ਦਾ ਸੰਘਰਸ਼ ਚੱਲਿਆ ਹਿੰਦੁਸਤਾਨ ਦੇ ਅੰਦਰ, ਵੱਖ-ਵੱਖ ਖਿੱਤਿਆਂ ਦੇ ਲੋਕਾਂ ਨੇ ਆਪੋ ਆਪਣੀਆਂ ਲਹਿਰਾਂ ਨਾਲ ਦੇ ਰਾਹੀਂ ਜਿਹੜੇ ਉਹਦੇ 'ਚ ਪਾਰਟਿਸਿਪੇਸ਼ਨ ਕੀਤੀ, ਉਹਨੇ ਇੱਕ ਸੋਚ, ਇੱਕ ਵਿਚਾਰਧਾਰਾ, ਇੱਕ ਰਾਜਨੀਤਿਕ ਦਬਾਅ ਬਣਾਇਆ, ਜਿਹਦੇ ਕਰਕੇ ਇਸ ਸੰਘਰਸ਼ ਚੋਂ, 100 ਸਾਲ ਦੇ ਸੰਘਰਸ਼ ਚੋਂ ਇਹ ਸੰਵਿਧਾਨ ਨਿਕਲਿਆ। ਭਾਵੇਂ ਬਹੁਤ ਸਾਰੇ ਲੋਕ ਇਹਦੇ ਬਾਰੇ ਉਦੋਂ ਵੀ ਸੰਤੁਸ਼ਟ ਨਹੀਂ ਸੀ, ਦੇਸ਼ ਦੀਆਂ ਘੱਟ ਗਿਣਤੀਆਂ ਸੰਤੁਸ਼ਟ ਨਹੀਂ ਸੀਗੀਆਂ ਕਿ ਇਹਦੇ 'ਚ ਸਾਨੂੰ ਬਹੁਤੇ ਅਧਿਕਾਰ ਨਹੀਂ ਦਿੱਤੇ ਗਏ। ਕਈ ਜਿਹੜੇ ਮੁਸਲਮਾਨ ਕਨਸਟੀਟਿਊਸ਼ਨ ਅਸੈਂਬਲੀ ਦੇ ਸੀ ਉਹਨੇ ਵੀ ਦਸਤਖਤ ਨਹੀਂ ਕੀਤੇ, ਤੇ ਪੰਜਾਬ ਦੇ ਪ੍ਰਤੀਨਿਧਾਂ ਨੇ ਵੀ ਇਹ ਤੇ ਦਸਤਖਤ ਨਹੀਂ ਕੀਤੇ ਸੀ। ਇਹਦੇ 'ਚ ਉਹਨਾਂ ਨੇ ਕਿਹਾ ਸੀਗਾ ਕਿ ਘੱਟ ਗਿਣਤੀਆਂ ਨੂੰ ਵਧੇਰੇ ਅਧਿਕਾਰ ਨਹੀਂ ਦਿੱਤੇ ਗਏ, ਤੇ ਜਿਹੜਾ ਫੈਡਰਲ ਢਾਂਚਾ ਜਿਹੜਾ ਕਮਜ਼ੋਰ ਹੈ, ਇਸ ਕਰਕੇ ਉਹਨਾਂ ਨੇ ਦਸਤਖਤ ਨਹੀਂ ਕੀਤੇ ਸੀ। ਫਿਰ ਵੀ ਇਹਦੇ ਬਾਵਜੂਦ ਇੱਕ ਸੰਵਿਧਾਨ ਬਣਿਆ ਜਿਹਦੇ 'ਚ ਥੋੜੀ ਬਹੁਤੀ ਜਿਹੜੀਆਂ ਸਾਡੀਆਂ ਵੱਖ-ਵੱਖ ਕੌਮੀਅਤਾਂ ਸੀ ਉਹਨਾਂ ਨੂੰ ਆਜ਼ਾਦੀ ਦਿੱਤੀ ਗਈ, ਉਹਨਾਂ ਦੀ ਭਾਸ਼ਾਵਾਂ ਜਿਹੜੀਆਂ ਉਹਨੂੰ ਕੁਝ ਸਥਾਨ ਦਿੱਤੇ ਗਏ, ਭਾਵੇਂ ਉਹ ਸਟਰਗਲ ਚੋਂ ਹੀ ਹੋਇਆ। ਇਹ ਸਾਰੀਆਂ ਚੀਜ਼ਾਂ ਹੋ ਗਈਆਂ, ਪਰ ਸਾਡੇ ਲਈ ਦੁਖਾਂਤ ਵਾਲੀ ਗੱਲ ਇਹ ਹੈ ਕਿ ਕਾਂਗਰਸ ਨੇ ਜਿਹੜਾ ਹਿੰਦੁਸਤਾਨ ਦੀ ਇਹ ਜਿਹੜੀ ਵਿਭਿੰਨਤਾ ਸੀ, ਜੇ ਡਿਸਕਵਰੀ ਆਫ ਇੰਡੀਆ 'ਚ ਜਿਹਨੂੰ ਪੰਡਿਤ ਜਵਾਹਰ ਲਾਲ ਨਹਿਰੂ ਵੀ ਮੰਨਦੇ ਆ, ਉਸ ਵਿਭਿੰਨਤਾ ਨੂੰ ਮਜ਼ਬੂਤ ਨਹੀਂ ਕੀਤਾ। ਜਿਹੜਾ ਸੂਬਿਆਂ ਨੂੰ ਵਧੇਰੇ ਅਧਿਕਾਰ ਨਹੀਂ ਦਿੱਤੇ, ਖੇਤਰੀ ਭਾਸ਼ਾਵਾਂ ਨੂੰ ਵਧੇਰੇ ਅਧਿਕਾਰ ਨਹੀਂ ਦਿੱਤੇ, ਵੱਖ-ਵੱਖ ਸੂਬਿਆਂ ਨੂੰ ਆਪਣੇ ਕੁਦਰਤੀ ਸਾਧਨਾਂ ਦੇ ਮੁਤਾਬਕ ਵਿਕਾਸ ਕਰਨ ਦੇ ਅਵਸਰ ਨਹੀਂ ਦਿੱਤੇ। ਉਹਦੇ ਨਾਲ ਹੌਲੀ-ਹੌਲੀ ਜਿਹੜਾ ਸਿਲਸਿਲਾ ਜਿਹੜਾ ਉਹ ਇਹ ਹੋਇਆ ਕਿ ਕਾਂਗਰਸ ਜਿਹੜਾ ਆਪਣੀ ਧਰਮ ਨਿਰਪੱਖਤਾ ਦੀ ਵਿਚਾਰਧਾਰਾ, ਡੈਮੋਕ੍ਰੇਸੀ ਦੀ ਵਿਚਾਰਧਾਰਾ, ਸੰਘੀ ਢਾਂਚੇ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਨਹੀਂ ਗਈ। ਉਹ ਰਾਜ ਕਰਨ 'ਚ ਲੱਗੇ ਰਹੇ, ਬਹੁਤ ਸਾਰੀਆਂ ਬੁਰਾਈਆਂ ਉਹਨਾਂ 'ਚ ਆ ਗਈਆਂ, ਆਪਣੀ ਸਿਧਾਂਤਕ ਵਿਚਾਰਧਾਰਾ ਉਹ ਅੱਗੇ ਲੈ ਕੇ ਨਹੀਂ ਗਏ। ਤੇ ਜਿਹੜੀ ਖੇਤਰੀ ਪਾਰਟੀਆਂ ਸੀਆਂ ਵੱਖ-ਵੱਖ, ਜਿਹੜੀਆਂ ਕਿਸੇ ਸਮੇਂ ਕੇਂਦਰਵਾਦ ਦੇ ਖਿਲਾਫ ਇੱਕ ਅੰਦੋਲਨ ਦੇ ਰੂਪ 'ਚ ਅੱਗੇ ਆਈਆਂ ਸੀ, ਉਹ ਵੀ ਆਪਣੀ ਜਿਹੜੀ ਫਿਲਾਸਫੀ ਸੀ, ਜਿਹੜੀ ਕੋਰ ਆਈਡੀਓਲੋਜੀ ਸੀ, ਉਹ ਅੱਗੇ ਲੈ ਕੇ ਨਹੀਂ ਗਈਆਂ। ਉਹ ਇੱਕ ਜਿਹੜਾ ਇਸ ਤਰ੍ਹਾਂ ਦਾ ਰਾਜਨੀਤਿਕ ਖਿਲਾਫ ਪੈਦਾ ਹੋਇਆ, ਉਹਦੇ 'ਚੋਂ ਇੱਕ ਪਾਰਟੀ ਜਿਹੜੀ ਆ ਜਿਹਦੀ ਜਿਹੜੀ ਵਿਚਾਰਧਾਰਾ 1925 'ਚ ਇੱਕ ਸੰਗਠਨ ਨੇ ਜਿਹੜੀ ਵਿਚਾਰਧਾਰਾ ਲੈ ਕੇ ਉਹ ਸੰਗਠਨ ਚੱਲਿਆ ਸੀ, 1925 ਤੋਂ ਲੈ ਕੇ ਅੱਜ ਤੱਕ ਉਹਦਾ 100 ਸਾਲ ਦਾ ਸਫ਼ਰ ਪੂਰਾ ਹੋ ਗਿਆ। ਉਹ ਜਿਸ ਤਰ੍ਹਾਂ ਦਾ ਭਾਰਤ ਬਣਾਉਣਾ ਚਾਹੁੰਦਾ ਸੀ, ਉਸ ਪਾਸੇ ਗੱਲ ਵੱਧ ਗਈ ਹੈ। ਜੇਕਰ ਸੈਕੂਲਰ, ਡੈਮੋਕ੍ਰੈਟਿਕ, ਫੈਡਰਲ ਪੋਲਿਟੀ ਦੀਆਂ ਸਮਰਥਕ ਤਾਕਤਾਂ ਨੇ ਰਾਜ ਕਰਨ ਦੇ ਨਾਲ-ਨਾਲ ਆਪਣੀ ਵਿਚਾਰਧਾਰਾ ਲਗਾਤਾਰ ਲੋਕਾਂ ਤੱਕ, ਨਵੀਆਂ ਪੀੜ੍ਹੀਆਂ ਤੱਕ ਪਹੁੰਚਾਈ ਹੁੰਦੀ, ਤਾਂ ਦੇਸ਼ ਨੂੰ ਅੱਜ ਇਹ ਦਿਨ ਨਹੀਂ ਦੇਖਣੇ ਪੈਣੇ ਸੀ। ਅੱਜ ਅਸੀਂ ਇਹ ਦੇਸ਼ ਹੈ ਜਿਹੜਾ 1947 'ਚ ਫਿਰਕੂ ਵੰਡ ਹੋਈ, 10 ਲੱਖ ਲੋਕ ਮਰੇ, 1 ਕਰੋੜ ਲੋਕਾਂ ਨੂੰ ਉੱਜੜ ਕੇ ਇੱਧਰੋਂ ਉੱਧਰ ਜਾਣਾ ਪਿਆ। ਇਹ ਕੌੜੇ ਸਬਕ ਜਿਹੜੇ ਆ 20ਵੀਂ ਸਦੀ ਦਾ ਸਭ ਤੋਂ ਵੱਡਾ ਦਿਖਾਂਤ ਹੈ, ਜਿਸ ਫਿਰਕੂ ਫਸਾਦ 10 ਲੱਖ ਲੋਕ ਮਰੇ। ਹੀਰੋਸ਼ੀਮਾ ਤੇ ਨਾਗਾਸਾਕੀ 'ਚ 2-3 ਲੱਖ ਲੋਕ ਮਰੇ ਆ, ਉਹਨੂੰ ਦੁਨੀਆ ਦੀ ਇੱਕ ਵੱਡੀ ਦੁਖਾਂਤਕ ਘਟਨਾ ਸਮਝਿਆ ਜਾਂਦਾ ਹੈ। ਮੈਂ ਸਮਝਦਾ ਭਾਰਤ ਦੀ ਵੰਡ 'ਚ 10 ਲੱਖ ਲੋਕਾਂ ਦਾ ਮਰਨਾ ਉਹ ਤੋਂ ਵੀ ਵੱਡੀ ਘਟਨਾ ਸੀ। ਇਹ ਜਿਹੜਾ ਦੇਸ਼ ਹੈ ਜਿਹਨੇ ਇੰਨਾ ਵੱਡਾ ਫਿਰਕਾ ਪ੍ਰਸਤੀ ਦਾ ਦੁਖਾਂਤ ਹੰਢਾਇਆ, ਉਹ ਦੇਸ਼ ਅੱਜ ਫਿਰ 2 ਨੇਸ਼ਨ ਥਿਊਰੀ ਇਸ ਦੇਸ਼ ਤੇ ਲਾਗੂ ਕੀਤੀ ਜਾ ਰਹੀ ਹੈ।
ਟੂ ਨੇਸ਼ਨ ਥਿਊਰੀ ਜਿਹੜੀ ਪਾਕਿਸਤਾਨ ਜਿਹਦੇ ਆਧਾਰ ਤੇ 1947 ਚ ਬਣਿਆ, ਉਹਦਾ ਜੋ ਹਸ਼ਰ ਹੋਇਆ, ਉਹ ਕਿਸ ਤਰ੍ਹਾਂ ਉੱਥੇ ਮੁਸਲਮਾਨ ਦਾ ਪਿਆਸਾ ਹੈ, ਕਿਸ ਤਰ੍ਹਾਂ ਲੜਾਈਆਂ ਝਗੜੇ ਹੋ ਰਹੇ ਆ, ਉਹਨਾਂ ਦਾ ਜੋ ਹਸ਼ਰ ਹੋਇਆ ਸਾਡੇ ਸਾਹਮਣੇ ਹੈ। ਜਦੋਂ ਸਾਡੇ ਦੇਸ਼ ਦੇ ਅੰਦਰ ਇਹ ਰੁਝਾਨ ਚੱਲਿਆ, ਜਦੋਂ ਫਿਰਕਾ ਪ੍ਰਸਤੀ ਦਾ ਰੁਝਾਨ ਚੱਲਿਆ, ਫਿਰਕੂ ਆਧਾਰ ਤੇ ਰਾਸ਼ਟਰਵਾਦ ਦਾ ਕਨਸੈਪਟ ਜਦੋਂ ਵਧਣ ਫੁੱਲਣ ਲੱਗਾ, ਇਹ 2014 ਦੇ ਨੇੜੇ ਦੀ ਗੱਲ ਹੈ। ਡਾਨ ਨੇ ਪਾਕਿਸਤਾਨ ਦਾ ਜਿਹੜਾ ਅੰਗਰੇਜ਼ੀ ਦਾ ਬੜਾ ਮਹੱਤਵਪੂਰਨ ਅਖਬਾਰ ਹੈ, ਡਾਨ ਨੇ ਐਡੀਟੋਰੀਅਲ ਲਿਖਿਆ ਕਿ 1947 ਚ ਜਿਹੜੀ ਅਸੀਂ ਗਲਤੀ ਕੀਤੀ ਹੈ, ਜਿਹਦੇ ਨਾਲ ਅਸੀਂ ਆਪਣੀ ਤਬਾਹੀ ਕੀਤੀ ਹੈ, ਜਿਹਦੇ ਨਾਲ ਅੱਜ ਅਸੀਂ ਉਹ ਸੰਤਾਪ ਚੱਲ ਰਹੇ ਹਾਂ, ਉਹ ਗਲਤੀ ਤੁਸੀਂ ਨਾ ਕਰਿਓ। ਇੰਡੀਆ ਦੇ ਲੋਕਾਂ ਨੂੰ, ਭਾਰਤ ਦੇ ਲੋਕਾਂ ਨੂੰ ਮੁਖਾਤਬ ਹੋ ਕੇ ਡਾਨ ਨੇ ਐਡੀਟੋਰੀਅਲ ਲਿਖਿਆ ਕਿ ਜੋ ਗਲਤੀ ਧਰਮ ਦੇ ਆਧਾਰ ਤੇ ਸਟੇਟ ਬਣਾ ਕੇ ਅਸੀਂ ਕਰ ਲਈ ਆ, ਤੁਸੀਂ ਨਾ ਕਰਿਓ। ਸਾਡੀ ਤਬਾਹੀ ਹੋ ਗਈ ਹੈ, ਤੁਹਾਡੀ ਹੋ ਜਾਣੀ ਹੈ। ਅੱਜ ਦੇਸ਼ ਜਿਹੜਾ ਆ, ਦੇਸ਼ ਦੇ ਉੱਪਰ ਟੂ ਨੇਸ਼ਨ ਥਿਊਰੀ ਲਾਗੂ ਕੀਤੀ ਜਾ ਰਹੀ ਹੈ, ਔਰ ਟੂ ਨੇਸ਼ਨ ਦੀ ਥਿਊਰੀ ਜਿਹੜੀ ਆ, ਉਹਦੇ ਚ ਵੀਰ ਸਵਰਕਰ ਨੇ ਤੇ ਕੁਝ ਉਸ ਸਮੇਂ ਦੇ ਜਿਹੜੇ ਸਕਾਲਰ ਸੀਗੇ ਜਾਂ ਉਹਨਾਂ ਦੇ ਲੀਡਰ ਸੀਗੇ, ਉਹਨਾਂ ਨੇ ਪਹਿਲਾਂ ਟੂ ਨੇਸ਼ਨ ਥਿਊਰੀ ਦੀ ਗੱਲ ਕੀਤੀ ਆ। ਉਹ ਤੋਂ ਬਾਅਦ ਜਿਹੜੇ ਮੁਸਲਮਾਨ ਸਕਾਲਰ ਜਾਂ ਮੁਸਲਮਾਨਾਂ ਦੇ ਲੀਡਰ ਸੀਗੇ, ਉਹਨਾਂ ਨੇ ਬਾਅਦ ਚ ਇਸ ਚੀਜ਼ ਨੂੰ ਅਪਣਾਇਆ ਤੇ ਉਹਦੇ ਚ ਟੂ ਨੇਸ਼ਨ ਥਿਊਰੀ ਦੀ ਭਾਵੇਂ ਗੱਲ ਕਾਫੀ ਦੇਰ ਪਹਿਲਾਂ ਸ਼ੁਰੂ ਹੋ ਗਈ ਸੀ, ਪਰ 1940 ਚ ਮੁਸਲਿਮ ਲੀਗ ਨੇ ਇਹਨੂੰ ਇੱਕ ਰਾਜਨੀਤਿਕ ਅੰਦੋਲਨ ਬਣਾ ਦਿੱਤਾ। ਸੋ ਅੱਜ ਜੇ ਤੁਸੀਂ ਚਾਹੁੰਦੇ ਆ ਕਿ ਦੇਸ਼ 'ਚ ਅਮਨ ਚੈਨ ਰਹੇ, ਦੇਸ਼ 'ਚ ਖੁਸ਼ਹਾਲੀ ਰਹੇ, ਤਾਂ ਇਸ ਦੇਸ਼ ਨੂੰ ਸੈਕੂਲਰ, ਡੈਮੋਕ੍ਰੈਟਿਕ ਤੇ ਫੈਡਰਲ ਰੱਖਣਾ ਬਹੁਤ ਜ਼ਰੂਰੀ ਹੈ। ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਕਿ ਕਾਰਪੋਰੇਟ ਜਿਹੜਾ ਵਿਕਾਸ ਮਾਡਲ ਹੈ, ਜਿਹੜਾ ਦੁਨੀਆ ਭਰ 'ਚ ਜਿਹਦੀ ਇਸ ਵੇਲੇ ਤੂਤੀ ਵੱਜ ਰਹੀ ਹੈ ਤੇ ਹਿੰਦੁਸਤਾਨ ਤੇ ਵੀ ਬੜਾ ਧੱਕੇ ਨਾਲ ਲਾਗੂ ਕੀਤਾ ਜਾ ਰਿਹਾ, ਕਾਰਪੋਰੇਟ ਡਿਵੈਲਪਮੈਂਟ ਮਾਡਲ ਜਿਹੜਾ ਹੈ, ਇਸ ਪੂਰੇ ਪਲੈਨਟ ਲਈ ਵੱਡਾ ਖਤਰਾ ਹੈ। ਜਿਹੜੀ ਅੱਜ ਧਰਤੀ ਦੀ ਤਪਸ਼ ਵੱਧ ਰਹੀ ਹੈ, ਜਾਂ ਜਿਹਦੇ ਵਿੱਚ ਆਰਥਿਕ ਅਸਮਾਨਤਾ ਵਧੀ ਜਾ ਰਹੀ ਹੈ, ਵਿਸ਼ਵ ਪੱਧਰ ਤੇ ਵੀ, ਭਾਰਤ ਦੇ ਅੰਦਰ ਵੀ ਕਰੋੜਾਂਪਤੀ, ਅਰਬਪਤੀ ਬਹੁਤੇ ਬਣ ਰਹੇ ਆ ਤੇ ਆਮ ਲੋਕਾਂ ਦੀ ਰੋਟੀ ਰੋਜ਼ੀ ਖੋਈ ਜਾ ਰਹੀ ਹੈ। ਪੈਦਾਵਾਰ ਦੇ ਸਾਰੇ ਸਾਧਨ, ਕੁਦਰਤੀ ਸਰੋਤ ਜਿਹੜੇ ਦੇਸ਼ ਦੇ ਅੰਦਰ ਗਿਣੇ ਚੁਣੇ ਲੋਕਾਂ ਨੂੰ ਦਿੱਤੇ ਜਾ ਰਹੇ ਆ, ਤੇ ਲੋਕਾਂ ਦੀ ਜਿਹੜੀ ਆਰਥਿਕ ਤੌਰ ਤੇ ਹੋਂਦ ਹੀ ਖਤਰੇ 'ਚ ਪਈ ਹੈ। ਉਹ ਦੂਜੀ ਗੱਲ ਹੈ ਜਿਸ ਤੇ ਸਾਨੂੰ ਲੜਨਾ ਪਏਗਾ। ਨੰਬਰ 1 ਤੇ ਦੇਸ਼ ਦੇ ਅੰਦਰ ਸੈਕੂਲਰ, ਡੈਮੋਕ੍ਰੈਟਿਕ ਤੇ ਫੈਡਰਲ ਪਾਰਟੀ ਨੂੰ ਜਿੰਦਾ ਰੱਖਣਾ। ਨੰਬਰ 2 ਤੇ ਕਾਰਪੋਰੇਟ ਵਿਕਾਸ ਮਾਡਲ ਦਾ ਵਿਰੋਧ ਕਰਨਾ। ਇਸ ਦੇਸ਼ ਦੇ ਅੰਦਰ ਆਜ਼ਾਦੀ ਤੋਂ ਬਾਅਦ ਜਿਹੜੀ ਮਿਲੀ ਜੁਲੀ ਆਰਥਿਕਤਾ ਦਾ ਕਨਸੈਪਟ ਜਿਹੜਾ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਸ ਦੇਸ਼ ਨੂੰ ਦਿੱਤਾ ਸੀ, ਉਹ ਦੇਸ਼ 'ਚ ਉਹਨੂੰ ਲਾਗੂ ਕਰਨ 'ਚ ਕੁਝ ਗਲਤੀਆਂ ਹੋਈਆਂ, ਭ੍ਰਿਸ਼ਟਾਚਾਰ ਹੋ ਗਿਆ, ਉਹ ਆਪਣੇ ਤਾਂ ਮਸਲੇ ਹੈ। ਪਰ ਇਸ ਦੇਸ਼ ਦੇ ਅੰਦਰ ਖੇਤੀ ਕਿਸਾਨਾਂ ਕੋਲ ਰਹਿਣੀ ਚਾਹੀਦੀ ਹੈ, ਛੋਟੀਆਂ ਤੇ ਦਰਮਿਆਨੀਆਂ ਸਨਅਤਾਂ ਦਾ ਵਿਕਸਿਤ ਰਹਿਣੀਆਂ ਚਾਹੀਦੀਆਂ। ਸਾਰੇ ਜਿਹੜੇ ਦੂਜੇ ਕੁਦਰਤੀ ਸਰੋਤ ਤੇ ਪੈਦਾਵਾਰ ਦੇ ਸਾਧਨ ਆ, ਜਿਹੜੇ ਕੁਝ ਗਿਣੇ ਚੁਣੇ ਲੋਕਾਂ ਦੇ ਹੱਥਾਂ 'ਚ ਨਹੀਂ ਜਾਣੇ ਚਾਹੀਦੇ। ਜੇਕਰ ਇਸ ਤਰ੍ਹਾਂ ਦੀ ਚੇਤਨਾ ਨਾਲ ਅਸੀਂ ਅੱਗੇ ਵਧਾਂਗੇ, ਤੁਰਾਂਗੇ, ਤੇ ਉਹਨਾਂ ਤਾਕਤਾਂ ਦੀ ਮਦਦ ਕਰਾਂਗੇ ਜਿਹੜੀਆਂ ਦੇਸ਼ ਨੂੰ ਸੈਕੂਲਰ, ਡੈਮੋਕ੍ਰੈਟਿਕ ਤੇ ਫੈਡਰਲ ਰੱਖਣਾ ਚਾਹੁੰਦੀਆਂ, ਤਾਂ ਦੇਸ਼ ਬਚ ਜਾਏਗਾ। ਜੇ ਦੇਸ਼ ਦੇ ਉੱਪਰ ਟੂ ਨੇਸ਼ਨ ਥਿਊਰੀ ਲਾਗੂ ਕੀਤੀ ਗਈ ਤਾਂ ਇਹਦੇ ਖਤਰਨਾਕ ਸਿੱਟੇ ਨਿਕਲਣਗੇ। 1-2 ਮਿੰਟ 'ਚ ਮੈਂ ਗੱਲ ਖਤਮ ਕਰਦਾ। ਅੱਜ ਦੀ ਸਥਿਤੀ ਇਹ ਆ ਕਿ ਤੁਹਾਡੇ ਯੂਨੀਵਰਸਿਟੀਆਂ ਖੋਈਆਂ ਜਾ ਰਹੀਆਂ, ਤੁਹਾਡੇ ਕੋਲ ਵੀਸੀ ਜਿਹੜੇ ਆ, ਕਿਹਾ ਇਹ ਜਾ ਰਿਹਾ ਕਿ ਗਵਰਨਰ ਵੀਸੀ ਲਾਊਗਾ, ਉਹੀ ਪੈਨਲ ਬਣਾਊਗਾ, ਉਹਦੇ ਚੋਂ ਹੀ ਉਹ ਚੁਣੇਗਾ। ਇਹਦੇ 'ਚ ਰਾਜ ਦੇ ਚੁਣੇ ਹੋਏ ਮੁੱਖ ਮੰਤਰੀ ਦਾ ਕੋਈ ਹਿੱਸਾ ਨਹੀਂ ਹੋਊਗਾ। PM ਸ਼੍ਰੀ ਯੋਜਨਾ ਦੇ ਅਧੀਨ ਤੁਹਾਡੇ ਹਾਇਰ ਸੈਕੰਡਰੀ ਸਕੂਲ ਤੁਹਾਡੇ ਤੋਂ ਖੋਏ ਜਾ ਰਹੇ ਆ। ਜਿਹੜੀ 2020 ਦੀ ਐਜੂਕੇਸ਼ਨ ਪਾਲਿਸੀ, ਨਿਊ ਐਜੂਕੇਸ਼ਨ ਪਾਲਿਸੀ, ਉਹਨੂੰ ਨਾ ਪਾਰਲੀਮੈਂਟ ਨੇ ਉੱਤੇ ਡਿਸਕਸ਼ਨ ਕੀਤੀ ਆ, ਪਾਰਲੀਮੈਂਟ ਨੇ ਉਹਨੂੰ ਪਾਸ ਨਹੀਂ ਕੀਤਾ, ਰਾਜਾਂ ਦੀਆਂ ਵਿਧਾਨ ਸਭਾਵਾਂ ਨੇ ਉਹਨੂੰ ਪਾਸ ਨਹੀਂ ਕੀਤਾ, ਉਹਨਾਂ ਨੇ ਬਣਾ ਕੇ ਦੇਸ਼ ਤੇ ਥੋਪੀ ਜਾ ਰਹੀ ਹੈ। ਟੂ ਨੇਸ਼ਨ ਥਿਊਰੀ ਨਿਊ ਐਜੂਕੇਸ਼ਨ ਪਾਲਿਸੀ, ਉਹਦੇ ਕਿਹਾ ਗਿਆ ਕਿ ਅਸੀਂ ਖੇਤਰੀ ਭਾਸ਼ਾਵਾਂ ਨੂੰ ਮਹੱਤਵ ਦੇਵਾਂਗੇ, ਪਰ ਹੋ ਇਹ ਰਿਹਾ, ਪਿਛਲੇ ਦਿਨੀ ਰੌਲਾ ਪਿਆ, CBSE ਨੇ ਜਿਹੜੀ ਪੰਜਾਬੀ ਦੀ ਪੜ੍ਹਾਈ ਹੋਣੀ ਸੀ, ਜਿਹੜੀ ਐਗਜ਼ਾਮ ਉਹਨਾਂ ਨੇ ਸਾਲ 'ਚ 2 ਵਾਰ ਲੈਣੇ ਆ 10ਵੀਂ ਦੇ, ਉਹਦੇ 'ਚੋਂ ਪੰਜਾਬੀ ਨੂੰ ਮਾਈਨਸ ਸੀ ਕਰਤਾ। ਮਗਰੋਂ ਆਣੀ ਕਹਿੰਦਾ ਸਾਨੂੰ ਗਲਤੀ ਲੱਗੀ। ਚਲੋ ਜੇ ਗਲਤੀ ਲੱਗੀ, ਇਹ ਵੀ ਗੱਲ ਛੱਡੋ, ਉਂਝ ਵੀ ਜਿਹੜੀ CBSE ਦਾ 10ਵੀਂ ਦੇ ਜਿਹੜੇ ਸਿਲੇਬਸ 'ਚ ਉਹਨੇ ਵਿਸ਼ੇ ਪੜ੍ਹਾਉਣੇ ਆ, ਉਹਦੇ 'ਚ ਨੰਬਰ 1 ਤੇ ਅੰਗਰੇਜ਼ੀ ਆ, ਨੰਬਰ 2 ਹਿੰਦੀ ਆ, ਫਿਰ ਸਾਇੰਸ ਹੈ, ਫਿਰ ਮੈਥ ਹੈ, ਫਿਰ ਹੋਰ ਵਿਸ਼ੇ ਆ। ਉਹ ਤੋਂ ਬਾਅਦ ਇੱਕ ਖੇਤਰੀ ਭਾਸ਼ਾਵਾਂ ਤੇ ਵਿਦੇਸ਼ੀ ਭਾਸ਼ਾਵਾਂ ਦਾ ਇੱਕ ਗਰੁੱਪ ਬਣਾ ਦਿੱਤਾ। ਜਿਹੜੀਆਂ ਇੰਡੀਆ ਜਿਹੜਾ ਸੰਵਿਧਾਨਕ ਤੌਰ ਤੇ ਯੂਨੀਅਨ ਆਫ ਸਟੇਟਸ ਆ, ਜਿਹੜਾ
ਕੇਂਦਰ ਹੈ, ਕੇਂਦਰ ਨੂੰ ਸੰਵਿਧਾਨ ਨੇ ਕੁਝ ਤਾਕਤਾਂ ਦਿੱਤੀਆਂ ਜਿਹਦੀ ਉਹ ਵਰਤੋਂ ਕਰਦਾ। ਸਟੇਟ ਲਿਸਟ ਹੈ, ਸੈਂਟਰ ਲਿਸਟ ਹੈ, ਇੱਕ ਮਿਲੀ ਜੁਲੀ ਸੰਵਰਤੀ ਲਿਸਟ ਹੈ, ਉਹਦੇ ਤੇ ਕੁਝ ਅਧਿਕਾਰ ਅਸੀਂ ਦਿੱਤੇ ਹੋਏ। ਇਸ ਦੇਸ਼ ਦੇ ਮਾਲਕ ਜਿਹੜੇ ਰਾਜ ਆ, ਮਾਲਕ ਇੱਥੇ ਵੱਖ-ਵੱਖ ਵਸਦੀ ਲੋਕ ਆ, ਕੌਮੀਅਤਾਂ, ਉਹਦਾ ਜਿਹੜੇ ਸਿਲੇਬਸ ਬਣਾ ਰਿਹਾ ਦਿੱਲੀ 'ਚ ਬੈਠ ਕੇ ਬਾਬੂ, ਜਿਹੜੇ NCERT ਵਾਲੇ ਜਾਂ CBSE ਵਾਲੇ, ਉਹਦੇ 'ਚ ਤੁਹਾਡੀਆਂ ਜਿਹੜੀਆਂ ਇਸ ਦੇਸ਼ ਦੇ ਮਾਲਕ ਜਿਹੜੇ ਲੋਕ ਆ ਉਹਨਾਂ ਦੀਆਂ ਭਾਸ਼ਾਵਾਂ ਨੂੰ ਵਿਦੇਸ਼ੀ ਭਾਸ਼ਾਵਾਂ ਵਾਲੇ ਖਾਨੇ 'ਚ ਰੱਖਦੇ। ਇਹ ਬਹੁਤ ਵੱਡਾ ਧਰੋਹ ਆ। ਇਹ ਇਤਿਹਾਸ ਨੂੰ ਬਦਲਣ ਦੀ ਗੱਲ ਹੈ, ਲੋਕਾਂ ਤੋਂ ਉਹਨਾਂ ਦੀਆਂ ਜ਼ਬਾਨਾਂ, ਉਹਨਾਂ ਦੇ ਸੱਭਿਆਚਾਰ ਖੋਲਣ ਦੀ ਸਾਜ਼ਿਸ਼ ਹੈ। ਇਹਦਾ ਸਾਨੂੰ ਵਿਰੋਧ ਕਰਨਾ ਚਾਹੀਦਾ। ਪਹਿਲੇ ਨੰਬਰ ਤੇ ਚਲੋ ਇੰਟਰਨੈਸ਼ਨਲ ਜ਼ਬਾਨ ਹੈ, ਉਹਦੀ ਲੋੜ ਹੈ, ਅੰਗਰੇਜ਼ੀ ਰੱਖ ਲਓ। ਦੂਜੇ ਨੰਬਰ ਤੇ ਜਿਹੜੀਆਂ ਵੱਖ-ਵੱਖ ਰਾਜ ਹੈ ਉਹਨਾਂ ਦੀਆਂ ਭਾਸ਼ਾਵਾਂ ਆਉਣੀਆਂ ਚਾਹੀਦੀਆਂ। ਅੰਗਰੇਜ਼ੀ ਤੋਂ ਬਾਅਦ ਨੰਬਰ 2 ਤੇ ਵੱਖ-ਵੱਖ ਸੂਬਿਆਂ ਦੀਆਂ ਭਾਸ਼ਾਵਾਂ ਲਾਜ਼ਮੀ ਵਿਸ਼ੇ ਵਜੋਂ ਹੋਣੀਆਂ ਚਾਹੀਦੀਆਂ। ਤੀਜੇ ਨੰਬਰ ਤੇ ਲਿੰਕ ਲੈਂਗੁਏਜ ਹੈ। ਸੰਵਿਧਾਨ ਦੇ ਅੰਦਰ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਨਹੀਂ ਮੰਨਿਆ ਗਿਆ। ਇਹ ਸਿਰਫ ਕੇਂਦਰ ਸਰਕਾਰ ਦੇ ਕੰਮਕਾਜ ਦੀ ਭਾਸ਼ਾ ਆ, ਲਿੰਕ ਲੈਂਗੁਏਜ ਹੈ, ਤੇ ਲਿੰਕ ਲੈਂਗੁਏਜ ਤੀਜੇ ਨੰਬਰ ਤੇ ਪੜ੍ਹਾਈ ਜਾਣੀ ਚਾਹੀਦੀ ਹੈ। ਬਾਕੀ ਸਾਇੰਸ ਬਾਰੇ, ਮੈਥ ਬਾਰੇ ਜਾਂ ਟੈਕਨੀਕਲ ਐਜੂਕੇਸ਼ਨ ਬਾਰੇ ਸਾਡੇ ਕੋਈ ਮਤਭੇਦ ਨਹੀਂ, ਉਹ ਹੋਣੇ ਚਾਹੀਦੇ ਆ ਸਬਜੈਕਟ। ਪਰ ਖੇਤਰੀ ਜਿਹੜੀਆਂ ਭਾਸ਼ਾਵਾਂ ਆ ਉਹਨਾਂ ਦਾ ਅੰਗਰੇਜ਼ੀ ਤੋਂ ਬਾਅਦ ਦੂਜੇ ਨੰਬਰ ਤੇ ਉਹਨਾਂ ਦੀ ਜ਼ਰੂਰੀ ਸਬਜੈਕਟ ਵਜੋਂ ਪੜ੍ਹਾਈ ਹੋਣੀ ਚਾਹੀਦੀ ਆ। ਤੀਜੇ ਨੰਬਰ ਤੇ ਲਿੰਕ ਲੈਂਗੁਏਜ ਹਿੰਦੀ ਦੀ ਗੱਲ ਹੋਣੀ ਚਾਹੀਦੀ ਹੈ। ਇਸ ਵੇਲੇ ਦੀ ਸਥਿਤੀ ਹੈ, ਤੁਹਾਡੇ ਸਕੂਲ, ਕਾਲਜ, ਯੂਨੀਵਰਸਿਟੀਆਂ ਤੁਹਾਡੀਆਂ ਖੋਈਆਂ ਜਾ ਰਹੀਆਂ। ਉਹਦੇ 'ਚ ਕੀ ਪੜ੍ਹਾਇਆ ਜਾਏਗਾ, ਕੀ ਸਿਲੇਬਸ ਹੋਣਗੇ, ਇਹ ਜਿਹੜਾ ਕੇਂਦਰ 'ਚ ਬੈਠੇ ਲੋਕ ਤੈਅ ਕਰਨਗੇ। ਕੌਣ ਤੈਅ ਕਰਨਗੇ? ਉਹ ਤੁਹਾਨੂੰ ਪਤਾ ਹੀ ਹੈ ਕਿ RSS ਵਾਲੇ ਤੈਅ ਕਰਨਗੇ। ਸੋ ਇਹ ਅੱਜ ਦੀ ਕੌੜੀ ਹਕੀਕਤ ਹੈ। ਅਸੀਂ ਸਾਰੇ ਡਰੇ ਹੋਏ ਹਾਂ। 1940 'ਚ ਜਿਹੜੀ ਪਾਕਿਸਤਾਨ ਦੀ ਮੂਵਮੈਂਟ ਚੱਲਦੀ ਹੈ, 47 ਤੱਕ ਪਾਕਿਸਤਾਨ ਬਣ ਜਾਂਦਾ। ਸਾਡੇ ਕੋਲ ਬਹੁਤ ਥੋੜਾ ਸਮਾਂ ਹੈ ਆਪਣੇ ਦੇਸ਼ ਨੂੰ ਬਚਾਉਣ ਲਈ। ਜੇ ਸੈਕੂਲਰਿਜ਼ਮ, ਡੈਮੋਕ੍ਰੇਸੀ, ਫੈਡਰਲਿਜ਼ਮ ਨੂੰ ਅਸੀਂ ਬੋਲਣ ਚੱਲਣ ਦੀ, ਲਿਖਣ ਦੀ ਆਜ਼ਾਦੀ ਕਾਇਮ ਰੱਖਣੀ ਹੈ, ਸਾਨੂੰ ਜਿਹੜਾ ਖੜੇ ਹੋ ਕੇ ਇਹ ਵਰਤਾਰੇ ਦੇ ਖਿਲਾਫ ਲੜਨਾ ਪਏਗਾ। ਨਹੀਂ ਤਾਂ ਅਗਲੇ, ਜੇ ਇਸ ਵੇਲੇ ਹੀ ਤੁਹਾਨੂੰ ਇਸ ਸਰਕਾਰ ਨੂੰ 350 400 ਸੀਟਾਂ ਮਿਲ ਜਾਂਦੀਆਂ ਤੇ ਡਾਕਟਰ ਅੰਬੇਦਕਰ ਦਾ ਬਣਾਇਆ ਹੋਇਆ ਸੰਵਿਧਾਨ ਉਹਦਾ ਹੁਣ ਤੱਕ ਭੋਗ ਪੈ ਜਾਣਾ ਸੀ। ਇਸ ਕੌੜੀ ਹਕੀਕਤ ਨੂੰ ਸਮਝੋ। ਆਪਾਂ ਆਪਣੀ ਦੇਸ਼ ਦੀ ਜਿਹੜੀ ਰਾਜਨੀਤਿਕ, ਆਰਥਿਕ, ਸੱਭਿਆਚਾਰਕ ਵਿਭਿੰਨਤਾ ਨੂੰ ਬਚਾਉਣ ਲਈ ਲੜੀਏ। ਇਸ ਸੰਦਰਭ 'ਚ ਜਿਹੜਾ ਕੇਂਦਰੀ ਲਿਖ ਸਭਾ ਨੇ ਇੱਕ ਮਹੱਤਵਪੂਰਨ ਵਿਸ਼ੇ ਤੇ ਕਿ ਦੇਸ਼ ਕੀ ਹੈ ਤੇ ਕੀ ਬਣ ਗਿਆ, ਇਹਨਾਂ ਨੇ ਜਿਹੜਾ ਵਿਸ਼ਾ ਰੱਖਿਆ, ਮੈਂ ਇਹਨਾਂ ਦਾ ਧੰਨਵਾਦ ਕਰਦਾ। ਸ਼ੁਕਰੀਆ, ਧੰਨਵਾਦ। ਆਲਮੀ ਪੰਜਾਬੀ ਕਾਨਫਰੰਸ ਕਰਾਉਣ ਵਾਲੇ ਪ੍ਰਬੰਧਕ ਸ਼੍ਰੀ ਵਰਿਆਮ ਸੰਧੂ ਜੀ, ਸਤਨਾਮ ਮਾਨਕ ਜੀ, ਗੌਹਰ ਰਜ਼ਾ ਜੀ, ਹੋਰ ਸਾਰੇ ਪਤਵੰਤ ਤੇ ਸੱਜਣ, ਸਟੇਜ ਤੇ ਬੈਠੇ ਹੋਏ ਭੈਣੋ ਤੇ ਭਰਾਵੋ, ਆਪ ਜੀ ਸਾਰਿਆਂ ਨੂੰ ਬੜੇ ਸਤਿਕਾਰ ਨਾਲ, ਪਿਆਰ ਨਾਲ ਸਤਿ ਸ੍ਰੀ ਅਕਾਲ। ਤੁਹਾਡਾ ਧੰਨਵਾਦ, ਤੁਸੀਂ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਹੈ। ਤੁਸੀਂ ਬੜਾ ਵੱਡਾ ਵਿਸ਼ਾ ਲੈ ਕੇ ਚੱਲੇ ਹੋ। ਇਹ ਦੇਸ਼ ਕਿੱਥੋਂ ਤੋਂ ਕਿੱਥੇ ਤੱਕ, ਸ਼ਾਇਦ ਇਸ ਤਰ੍ਹਾਂ ਦੇ ਹੀ ਸ਼ਬਦ ਨੇ ਕਿ ਦੇਸ਼ ਕਿੱਥੋਂ ਤੋਂ ਕਿੱਥੇ ਤੱਕ, ਇਸ ਤੇ ਘੱਟ ਤੋਂ ਘੱਟ ਤੁਸੀਂ ਵਿਚਾਰ ਕਰ ਰਹੇ ਹੋ ਸਕਦਾ ਕਿ ਕੁਝ ਬੰਦਿਆਂ ਤੱਕ ਪਹੁੰਚੇ। ਮੈਂ ਬੈਠਾ ਸੋਚ ਰਿਹਾ ਸੀ ਕੀ ਹੁੰਦਾ ਹੈ ਕਿ ਹਰ ਕੋਈ ਇਨਸਾਨ ਨੂੰ ਪਰਮਾਤਮਾ ਨੇ ਇਸ ਤਰ੍ਹਾਂ ਦਾ ਬਣਾਇਆ ਕਿ ਅਸੀਂ ਆਪਣੇ ਸਵਾਰਥ ਲਈ ਕੰਮ ਕਰਦੇ ਹਾਂ। ਇਹ ਨਹੀਂ ਕਿ ਸਾਡੇ ਗੁਰੂ ਪੀਰਾਂ ਨੇ, ਸਾਡੇ ਸਮਾਜ ਸੁਧਾਰਕਾਂ ਨੇ ਜਿਹੜੀਆਂ ਗੱਲਾਂ ਗੌਹਰ ਰਜ਼ਾ ਜੀ ਨੇ ਕੀਤੀਆਂ ਨੇ ਉਹ ਨਹੀਂ ਕੀਤੀਆਂ। ਜਾਤ ਪਾਤ ਮਿਟਾਉਣ ਦੀ ਗੱਲ ਜੇ ਅਸੀਂ, ਜਿੱਥੋਂ ਤੱਕ ਇਤਿਹਾਸ ਲਿਖਿਆ ਹੋਇਆ, ਸਭ ਤੋਂ ਪਹਿਲੇ ਮਹਾਤਮਾ ਬੁੱਧ ਨੇ ਕੀਤੀ ਔਰ ਬੜੇ ਜ਼ੋਰ ਨਾਲ ਕੀਤੀ, ਔਰ ਸਾਡੇ ਇਤਿਹਾਸ ਵਿੱਚ ਉਹਨਾਂ ਦਾ ਬੜਾ ਨਾਮ ਹੈ। ਉਸ ਤੋਂ ਬਾਅਦ ਜੈਨ ਧਰਮ ਨੇ ਕੀਤੀ, ਸਿੱਖ ਗੁਰੂਆਂ ਨੇ ਤਾਂ ਕਿਹਾ ਹੀ, ਬਹੁਤ ਜ਼ੋਰ ਨਾਲ ਕਿਹਾ। ਜਿਹੜੀ ਸਾਡੀ ਭਗਤੀ ਮੂਵਮੈਂਟ ਵੀ ਚੱਲੀ, ਇੱਥੋਂ ਤੱਕ ਹੋਇਆ। ਮੈਂ ਇਹਨਾਂ ਆਪ ਦੀ ਜਾਣਕਾਰੀ ਵਾਸਤੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜੁਲਾਹੇ ਭਗਤਾਂ ਦੀ ਬਾਣੀ ਹੈ, ਭਗਤ ਰਵਿਦਾਸ ਜੀ ਦੀ ਬਾਣੀ ਹੈ, ਜਿਨ੍ਹਾਂ ਨੂੰ ਉਸ ਸਮੇਂ ਵਿੱਚ ਚਮਾਰ ਜਾਤ ਦੇ ਨਾਲ ਜਾਣਿਆ ਜਾਂਦਾ ਸੀ। ਸੋ ਇਹ ਨਹੀਂ ਕਿ ਜਾਤ ਪਾਤ ਤੋੜਨ ਦੀ ਗੱਲ ਸਾਡੇ ਗੁਰੂਆਂ ਨੇ, ਸਾਡੇ ਧਾਰਮਿਕ ਆਗੂਆਂ ਨੇ ਨਹੀਂ ਕੀਤੀ, ਉਹ ਬੜੇ ਜ਼ੋਰ ਨਾਲ ਕੀਤੀ ਗਈ। ਜਿੱਥੋਂ ਤੱਕ ਔਰਤ ਦੇ ਸਤਿਕਾਰ ਦੀ ਗੱਲ ਹੈ, ਅਸੀਂ ਸਾਰੇ ਹੀ ਪੜ੍ਹਦੇ ਹਾਂ
ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਅੱਜ ਤੋਂ 500-600 ਸਾਲ ਪਹਿਲੇ ਦੀ ਗੱਲ ਹੈ। ਫਿਰ ਅਸੀਂ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦਾ ਬਚਨ ਉਹ ਕਹਿੰਦੇ ਨੇ ਕਿ ਔਰਤ ਦੇ ਗੁਣ ਤਾਂ ਭਾਈ ਮੇਰੇ ਤੇ ਕਹੇ ਨਹੀਂ ਜਾਂਦੇ। ਜਦੋਂ ਉਹਨਾਂ ਨੂੰ ਅੰਗਰੇਜ਼ ਨੇ ਕੈਦ ਕੀਤਾ ਹੋਇਆ ਉੱਥੋਂ ਵੀ ਲਿਖਦੇ ਨੇ ਔਰਤ ਦੇ ਗੁਣ ਮੇਰੇ ਤੋਂ ਕਹੇ ਨਹੀਂ ਜਾਂਦੇ। ਫਿਰ ਇਹ ਕਹਿੰਦੇ ਨੇ ਕੋਈ ਕੁੜੀ ਮਾਰੇ ਵੇਚੇ ਵੱਟਾ ਕਰੇ ਉਹਨੂੰ ਆਪਣੇ ਸਮਾਜ ਵਿੱਚ ਨਹੀਂ ਵੜਨ ਦੇਣਾ। ਪਰ ਇਹ ਸਿਰਫ ਸਾਡੇ ਦੇਸ਼ ਦੀ ਸਮੱਸਿਆ ਨਹੀਂ, ਕੁਝ ਸਮਾਜਿਕ ਚੀਜ਼ਾਂ ਇੰਨਾ ਜ਼ਿਆਦਾ ਉਹ ਗ੍ਰਹਿਣ ਲੱਗ ਜਾਂਦੇ ਨੇ ਸਾਡੇ ਸਮਾਜ ਨੂੰ, ਉਹਨਾਂ ਨੂੰ ਹਟਦਿਆਂ ਬਹੁਤ ਲੰਬਾ ਸਮਾਂ ਲੱਗ ਜਾਂਦਾ ਹੈ। ਜੇ ਅਸੀਂ ਦੇਖ ਲਈਏ ਭਾਰਤ ਤੇ ਚੀਨ ਸ਼ਾਇਦ ਇਸ ਦੁਨੀਆ ਦੀ 40% ਪਾਪੂਲੇਸ਼ਨ, ਕਿਉਂਕਿ 3 ਬਿਲੀਅਨ ਦੇ ਕਰੀਬ ਜੇ ਅਸੀਂ ਸਾਰੀ ਪਾਪੂਲੇਸ਼ਨ 7.5-8 ਬਿਲੀਅਨ ਦੀ ਗਿਣਦੇ ਹਾਂ ਤਾਂ ਇਹਨਾਂ ਦੋਵਾਂ ਦੇਸ਼ਾਂ ਵਿੱਚ ਵਸਦੀ ਹੈ। ਇਹ ਦੋਵਾਂ ਦੇਸ਼ਾਂ ਵਿੱਚ ਅੱਜ ਵੀ ਇਹ ਕਰੇਜ਼ ਹੈ ਕਿ ਮੁੰਡੇ ਦਾ ਭਾਵੇਂ ਸੇਵਾ ਕੁੜੀਆਂ ਹੀ ਕਰਦੀਆਂ ਨੇ। ਜੇ ਸਾਡੇ ਕੋਲ ਕੋਈ ਆਉਂਦਾ, ਜੇ ਕਿਤੇ ਪੇਕਿਆਂ ਦਾ ਦੁੱਖ ਹੁੰਦਾ ਹੈ, ਕਿਉਂਕਿ ਮੇਰੀ ਜਗ੍ਹਾ ਤੇ ਬੈਠਿਆ ਹੋਇਆ ਆਮ ਹੁੰਦਾ, ਸਭ ਤੋਂ ਪਹਿਲਾਂ ਆ ਕੇ ਕੁੜੀ ਗੱਲ ਕਰਦੀ ਹੈ। ਮੇਰੇ ਮਾਤਾ ਪਿਤਾ ਬੜੇ ਦੁਖੀ ਨੇ, ਮੁੰਡੇ ਬਹੁਤ ਘੱਟ ਗੱਲ ਕਰਦੇ ਨੇ। ਮਾਫ ਕਰਨਾ ਇਸ ਗੱਲ ਦਾ ਸ਼ਾਇਦ ਕਿਸੇ ਨੂੰ ਗੁੱਸਾ ਲੱਗੇ, ਪਰ ਜ਼ਿਆਦਾ ਦੁੱਖ ਉਸ ਚੀਜ਼ ਦਾ ਕੁੜੀਆਂ ਨੂੰ ਹੁੰਦਾ, ਪਰ ਮੰਗਦੇ ਸਦਾ ਹੀ ਮੁੰਡੇ ਨੇ। ਇੱਕ ਸਾਡੇ ਕੋਲੋਂ ਸਾਡੇ ਸਮਾਜ ਦੀ ਬੱਚੀ ਇੰਗਲੈਂਡ ਤੋਂ ਆਈ। ਹਰ ਇੱਕ ਗੁਰਦੁਆਰਿਆਂ ਵਿੱਚ ਸਾਡੇ ਵਿੱਚ ਵੀ ਇਹ ਅਰਦਾਸ ਹੁੰਦੀ ਹੈ ਕਿ ਸੱਚ ਪਾਤਸ਼ਾਹ ਮਾਲਕ ਅਕਾਲ ਪੁਰਖ ਕਿਰਪਾ ਕਰ, ਪੁੱਤਰ ਦੀ ਦਾਤ ਬਖਸ਼। ਆਮ ਗੁਰਦੁਆਰਿਆਂ 'ਚ ਹੁੰਦੀ ਹੈ। ਉਹ 2 ਦਿਨ ਬਾਅਦ ਮੇਰੇ ਕੋਲ ਆਈ, ਕਿਉਂਕਿ ਅਸੀਂ ਜਿੱਥੇ ਰਹਿੰਦੇ ਹਾਂ ਅਸੀਂ ਉਸੇ ਸਮਾਜ ਵਿੱਚ ਹੀ ਢਲ ਜਾਂਦੇ ਹਾਂ। ਭਾਵੇਂ ਕੋਈ ਆਪਣੇ ਆਪ ਨੂੰ ਪੰਜਾਬੀ ਖਵਾਉਂਦਾ, ਭਾਵੇਂ ਕੋਈ ਆਪਣੇ ਆਪ ਨੂੰ ਕੰਨੜਗਾ ਖਵਾਉਂਦਾ, ਅਸੀਂ ਜਿੱਥੇ ਰਹਿੰਦੇ ਹਾਂ ਉਸ ਸਮਾਜ ਦਾ ਤੁਹਾਡੇ ਤੇ ਜ਼ਰੂਰ ਅਸਰ ਪੈਂਦਾ, ਤੁਹਾਡੇ ਬੱਚਿਆਂ ਤੇ ਜ਼ਰੂਰ ਅਸਰ ਪੈਂਦਾ। ਉਹ ਬੱਚੀ ਨੂੰ ਉੱਥੋਂ ਦੀ ਜੰਮੀ ਪਲੀ ਸੀ, ਉਹ ਮੈਨੂੰ ਆ ਕੇ ਕਹਿੰਦੀ ਕੀ ਗੱਲ ਹੈ, ਹਰ ਕੋਈ ਪੁੱਤਰ ਮੰਗਦਾ, ਪੁੱਤਰੀ ਕਿਸੇ ਨੂੰ ਨਹੀਂ ਚਾਹੀਦੀ। ਪੁੱਤਰ ਕਿੱਥੋਂ ਆਉਂਦੇ ਨੇ ਜੇ ਪੁੱਤਰੀ ਨਹੀਂ, ਤੇ ਪੁੱਤਰ ਕਿੱਥੋਂ ਆਉਣਗੇ। ਸੋ ਕੁਝ ਚੀਜ਼ਾਂ ਇਸ ਚੀਜ਼ ਵਿੱਚ ਮੈਂ ਇੱਕ ਬਦਲਾਅ ਵੀ ਦੇਖਿਆ। ਉਹ ਬਦਲਾਅ ਕਦੋਂ ਆਇਆ? ਸ਼ਾਇਦ ਸਾਡੇ ਸਾਰੇ ਨਾਰਥ ਇੰਡੀਆ ਵਿੱਚ, ਬਹੁਤ ਹੱਦ ਤੱਕ ਸਾਊਥ ਇੰਡੀਆ ਵਿੱਚ ਵੀ ਦਾਜ ਦਹੇਜ ਦੀ ਇੱਕ ਪ੍ਰਥਾ ਸੀ। ਜਿਹੜੇ ਮੁੰਡੇ ਜ਼ਿਆਦਾ ਪੜ੍ਹੇ ਲਿਖੇ ਸੀ ਉਹਨਾਂ ਦੀਆਂ ਬੋਲੀਆਂ ਲੱਗਦੀਆਂ ਨੇ, ਹੁਣ ਵੀ ਕੁਝ ਹੱਦ ਤੱਕ ਲੱਗਦੀਆਂ ਨੇ। ਪਰ ਇੱਕ ਬਦਲਾਅ ਕਦੋਂ ਆਇਆ? ਜਦੋਂ ਆ ਕੈਨੇਡਾ ਜਾਣ ਦਾ ਹੋਇਆ, ਉਦੋਂ ਮੁੰਡੇ ਪੈਸੇ ਦੇ ਕੇ ਕੁੜੀਆਂ ਨੂੰ ਆਈਲੈਟ ਕਰਾਉਣ ਲੱਗੇ, ਮੁੰਡੇ ਬਾਹਰ ਭੇਜਣ ਲੱਗੇ। ਸੋ ਅਸੀਂ ਇੱਕ ਸਮਾਜ ਦਾ ਲਾਲਚ ਹੈ, ਉਹ ਮਾਲਕ ਨੇ ਇੱਕ ਮਾਇਆ ਹੀ ਇਸ ਤਰ੍ਹਾਂ ਦੀ ਬਣਾਈ ਹੈ ਕਿ ਸਾਡਾ ਸਾਰਾ ਕੁਝ ਡਿਪੈਂਡ ਹੀ ਉਸ ਮਾਇਆ ਤੇ ਕਰਦਾ ਹੈ। ਪਰ ਹੈਰਾਨੀ ਦੀ ਗੱਲ ਵੀ ਆਉਂਦੀ ਹੈ, ਮੈਂ ਤਾਂ ਧਾਰਮਿਕ ਬੰਦਾ, ਉਹਦੇ 'ਚ ਰਹਿਣਾ ਵੀ ਕੁਛ ਨਹੀਂ। ਇੱਥੇ ਅਸੀਂ ਉਹਨੂੰ ਹੀ ਰਹਿਣਾ ਜਿਹੜਾ ਅਸੀਂ ਦੇਖਦੇ ਹਾਂ, ਜਿਹੜਾ ਰਹਿਣਾ ਨਹੀਂ ਉਹਨੂੰ ਹੀ ਅਸੀਂ ਮੰਨਦੇ ਹਾਂ, ਉਸੇ ਤੇ ਹੀ ਸਾਰੀ ਡਿਪੈਂਡ ਕਰਦੀ ਹੈ। ਸੋ ਉਹਨਾਂ ਕੁੜੀਆਂ ਦੀ ਵੀ, ਕਿਉਂਕਿ ਨੈਚੁਰਲੀ ਸਾਡੇ ਸਮਾਜ ਵਿੱਚ ਕੁੜੀਆਂ ਦੀ ਅਟੈਂਸ਼ਨ ਹੋਰ ਪਾਸੇ ਕਿਸ ਤਰ੍ਹਾਂ ਦੀ ਨਹੀਂ ਸੀ। ਉਹ ਬੱਚੀਆਂ ਪੜ੍ਹਨ ਨੂੰ ਚੰਗੀਆਂ ਸੀ ਤੇ ਉਹਨਾਂ ਦੀ ਵੀ ਕਦਰ ਪਈ, ਮੁੰਡਿਆਂ ਵਾਲਿਆਂ ਨੇ ਉਹਨਾਂ ਨੂੰ ਪੜ੍ਹਾਇਆ। ਉਹ ਵੀ ਇੱਕ ਬਹੁਤ ਲੰਬਾ ਸਮਾਂ ਚੱਲਿਆ। ਸੋ ਇੱਕ ਚੀਜ਼ ਜਿਸ ਨਾਲ ਬਦਲਾਅ ਆਉਣਾ ਹੈ, ਹਾਲਾਂਕਿ ਇਹ ਨਹੀਂ ਕਿ ਸਾਡੇ ਦੇਸ਼ ਨੇ ਤਰੱਕੀ ਨਹੀਂ ਕੀਤੀ। ਅਸੀਂ ਬੜੀ ਦੂਰ ਤੋਂ ਬੜੇ ਥੋੜੇ ਸਮੇਂ ਵਿੱਚ, ਜਿਹੜੇ ਤੁਸੀਂ ਮੇਰੀ ਉਮਰ ਵਿੱਚ ਵੀ ਬੈਠੇ ਹੋਗੇ 50-60 ਸਾਲ ਦੇ, ਮੇਰੇ ਤੋਂ ਵੱਡੇ ਬੈਠੇ ਹੋਏ ਨੇ 70-80 ਸਾਲ ਦੇ, ਇੱਕ ਬਹੁਤ ਵੱਡਾ ਅਸੀਂ ਬਦਲਾਅ ਜ਼ਰੂਰ ਦੇਖਿਆ ਹੈ ਸਮਾਜ ਵਿੱਚ। ਜਾਤ ਪਾਤ ਵੀ ਘਟੀ ਹੈ, ਔਰਤਾਂ ਵਾਸਤੇ ਵੀ ਸਤਿਕਾਰ ਅੱਗੇ ਨਾਲੋਂ ਵਧਿਆ, ਕਿਉਂਕਿ ਜਿਸ ਤਰ੍ਹਾਂ ਔਰਤਾਂ ਪੜ੍ਹੀਆਂ ਨੇ, ਜੇ ਅੱਜ ਅਸੀਂ ਸਾਡੀਆਂ ਮਾਵਾਂ ਤੋਂ ਅੱਗੇ ਜਾਂਦੇ ਹੋਏ ਸਾਡੇ ਬੱਚੀਆਂ ਦਾ ਫਰਕ ਦੇਖੀਏ, ਉੱਥੇ ਕਿੰਨਾ ਫਰਕ ਹੈ। ਅੱਜ ਉਹ ਔਰਤਾਂ ਨੂੰ ਸਤਿਕਾਰ ਹੈ, ਔਰ ਉਸ ਸਤਿਕਾਰ ਨੂੰ ਔਰਤਾਂ ਨੇ ਜਾਂ ਸਾਡੀਆਂ ਬੱਚੀਆਂ ਨੇ ਕਮਾਇਆ ਹੈ, ਆਪ ਅਰਨ ਕੀਤਾ। ਜੇ ਮੈਂ ਕਹਾਂਗਾ ਕਿ ਉਹਨਾਂ ਬੱਚੀਆਂ ਨੇ ਪੜ੍ਹ ਕੇ ਸਤਿਕਾਰ ਕੀਤਾ, ਕਮਾਇਆ, ਤੇ ਉਹ ਇਸ ਚੀਜ਼ ਦਾ ਮਾਣ ਕਰਦੀਆਂ ਨੇ। ਅੱਜ ਇਹ ਮੁਸ਼ਕਲ ਆਉਂਦੀ ਹੈ ਕਿ ਕੁੜੀਆਂ ਜ਼ਿਆਦਾ ਪੜ੍ਹੀਆਂ ਹੁੰਦੀਆਂ ਨੇ, ਮੁੰਡੇ ਘੱਟ ਪੜ੍ਹੇ ਹੁੰਦੇ ਨੇ। ਫਿਰ ਮੈਂ ਇਸ ਚੀਜ਼ ਦਾ ਉਹ ਇੱਕ ਇੰਬੈਲੈਂਸ ਕ੍ਰੀਏਟ ਹੁੰਦਾ। ਜਿਹੜੀ ਲੜਕੀ ਜ਼ਿਆਦਾ ਪੜ੍ਹਦੀ ਹੈ, ਬੱਚੀਆਂ ਜ਼ਿਆਦਾ ਐਂਬੀਸ਼ੀਅਸ ਹੋ ਰਹੀਆਂ ਨੇ, ਉਹਨਾਂ ਦੀ ਐਂਬੀਸ਼ਨਸ ਹੁੰਦੀਆਂ ਨੇ, ਵਿਆਹ ਸੈਕੰਡਰੀ ਹੋ ਰਿਹਾ। ਔਰ ਇਹ ਸਿਰਫ ਤੁਹਾਡੇ ਵਿੱਚ ਨਹੀਂ ਹੋ ਰਿਹਾ। ਜਿਹੜੀਆਂ ਚੇਂਜਸ ਆਉਂਦੀਆਂ ਨੇ, ਅਸੀਂ ਕਹਾਂਗੇ ਇਸ ਸਮਾਜ ਵਿੱਚ ਆ ਰਹੀਆਂ ਨੇ, ਇਸ ਸਮਾਜ ਵਿੱਚ ਆ ਰਹੀਆਂ ਨੇ। ਦੁਨੀਆ ਇੰਨੇ ਜ਼ੋਰ ਨਾਲ ਤੁਸੀਂ ਕਨੈਕਟ ਹੋ ਚੁੱਕੇ ਹੋ, ਅੱਜ ਦੁਨੀਆ ਕੋਈ ਵੀ ਅਲੱਗ ਨਹੀਂ। ਅਸੀਂ ਬੜੇ ਜ਼ੋਰ ਨਾਲ ਗੱਲ ਕਰਦੇ ਹੁੰਦੇ ਸੀ ਕਿ ਪੱਛਮੀ ਸਮਾਜ ਦੀਆਂ ਕੀ ਕਮੀਆਂ ਨੇ, ਉੱਥੇ ਡਾਈਵੋਰਸ ਹੁੰਦੇ ਨੇ, ਕੀ ਉਹ ਅੱਜ ਸਾਡੇ ਨਹੀਂ ਆਇਆ। ਇਹ ਤਾਂ ਸਿਰਫ ਸਮੇਂ ਦੇ ਨਾਲ ਜੋ ਚੀਜ਼ਾਂ, ਜੋ ਕਮੀਆਂ ਉੱਥੇ ਆਉਂਦੀਆਂ ਨੇ, ਉਹ ਸਾਡੇ ਵੀ ਉਹ ਕਮੀਆਂ ਮੁੜ ਕੇ ਉਹ ਆਉਂਦੀਆਂ ਨੇ। ਸੋ ਮੈਂ ਗੱਲ ਕਰ ਰਿਹਾ ਸੀ, ਅੱਜ ਬੱਚੀਆਂ ਉਹ ਐਂਬੀਸ਼ੀਅਸ ਨੇ, ਉਹ ਚਾਹੁੰਦੀਆਂ ਨੇ ਮੈਂ ਪੜ੍ਹ ਲਿਖ ਕੇ, ਮੈਂ ਚੰਗੀ ਜੌਬ ਲੈ ਕੇ ਮੈਂ ਆਪਣੇ ਪੈਰਾਂ ਤੇ ਖਲੋਣਾ।
ਮੈਂ ਕੁਝ ਕਰਨਾ ਹੈ। ਉਸ ਮੁਤਾਬਕ ਸਾਡੇ ਮੁੰਡਿਆਂ ਦੀ ਕੁਝ ਪਿਛਲੇ ਸਾਲਾਂ ਵਿੱਚ ਐਜੂਕੇਸ਼ਨ ਨਹੀਂ ਹੋਈ। ਸੋ ਇੱਕ ਅਲੱਗ ਤਰ੍ਹਾਂ ਦਾ ਇੰਬੈਲੈਂਸ ਵੀ ਕ੍ਰੀਏਟ ਹੋ ਰਿਹਾ ਹੈ। ਜੇ ਅੱਜ ਸਾਰੀ ਦੁਨੀਆ ਵਿੱਚ ਜਿਸ ਤਰ੍ਹਾਂ ਇਕਨੋਮੀ ਗਰੋ ਹੋਣ ਨਾਲ ਤੁਹਾਡੀ ਬਹੁਤ ਸਾਰੀ ਦੁਨੀਆ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਇੰਸਟੀਟਿਊਸ਼ਨ ਆਫ ਮੈਰਿਜ ਵੀ ਜਿਹੜਾ ਹੈ ਉਹ ਖਤਰੇ ਵਿੱਚ ਹੈ। ਸਾਡੇ ਵੀ ਤੁਸੀਂ ਜੇ ਦੇਖੋਗੇ ਸਾਡੇ ਬਹੁਤ ਬੱਚੇ ਬੱਚੀਆਂ ਨੇ ਜਿਹੜੇ ਜਿਨ੍ਹਾਂ ਦੇ ਵਿਆਹ ਨਹੀਂ ਹੋ ਰਹੇ। ਸੋ ਇਹ ਕੁਝ ਚੀਜ਼ਾਂ ਸਮਾਜ ਵਿੱਚ ਬਦਲਾਅ ਆਉਂਦਾ ਹੈ ਔਰ ਸਮਾਜ ਵਿੱਚ ਸਾਰਿਆਂ ਤੋਂ ਜ਼ਿਆਦਾ ਆਪਾਂ ਇਹ ਗੱਲ ਕਰ ਰਹੇ ਸੀ, ਜਾਤ ਪਾਤ ਦੀ ਗੱਲ ਕਰ ਰਹੇ ਸੀ, ਅਸੀਂ ਔਰਤ ਦੀ ਬਰਾਬਰਤਾ ਦੀ ਗੱਲ ਕਰ ਰਹੇ ਸੀ। ਸਭ ਤੋਂ ਜ਼ਿਆਦਾ ਜਦੋਂ ਸਾਡੀ ਇਕਨੋਮੀ ਗਰੋ ਹੋਏਗੀ, ਬੇਸ਼ੱਕ ਸਾਡੇ ਮਹਾਂਪੁਰਸ਼ਾਂ ਨੇ ਸਾਡੇ ਗੁਰੂਆਂ ਨੇ ਉਹ ਗੱਲ ਹਜ਼ਾਰਾਂ ਸਾਲਾਂ ਤੋਂ ਕੀਤੀਆਂ ਨੇ, ਪਰ ਜਿਸ ਤਰ੍ਹਾਂ ਸਾਡੀ ਇਕਨੋਮੀ ਗਰੋ ਹੋਏਗੀ ਉਸ ਨਾਲ ਉਸ ਚੀਜ਼ ਦਾ ਬਹੁਤ ਫਰਕ ਪਏਗਾ। ਜਦੋਂ ਜਾਤਾਂ ਦੀ ਗੱਲਾਂ ਕਰਦੇ ਸੀ ਮੈਂ ਸੋਚਦਾ ਸੀ ਜੇ ਕੋਈ ਮੁੰਡਾ ਕੈਨੇਡਾ ਵਿੱਚ ਵੈਲ ਸੈਟਲਡ ਹੈ, ਭਾਵੇਂ ਛੋਟੀ ਜਾਤ ਦਾ, ਉਹ ਤਾਂ ਇੱਥੋਂ ਸ਼ਾਪਿੰਗ ਕਰਕੇ ਵੀ ਲੜਕੀ ਲੈ ਜਾਏਗਾ। ਉਹ ਵੱਡੀ ਜਾਤ ਵਾਲੇ ਵੀ ਉੱਥੇ ਵਿਆਹ ਕਰਨ ਨੂੰ ਤਿਆਰ ਨੇ, ਮੈਨੂੰ ਮਾਫ ਕਰਨਾ, ਉਹ ਜਾਤਾਂ ਪਾਤਾਂ ਵੀ ਉੱਥੇ ਮਿਟ ਜਾਂਦੀਆਂ ਨੇ ਜਿੱਥੇ ਪੈਸਾ ਆ ਜਾਂਦਾ। ਸੋ ਇਸ ਚੀਜ਼ ਦੀ ਜ਼ਰੂਰਤ ਹੈ। ਮੈਂ ਤੇ ਕਹਿੰਦਾ ਕਿ ਇਕਨੋਮਿਕਲੀ ਬੈਕਵਰਡ ਜਿਹੜੇ ਨੇ ਉਹਨਾਂ ਵਾਸਤੇ ਸਾਨੂੰ ਜ਼ਰੂਰ ਇੱਕ ਤਰ੍ਹਾਂ ਦੀ ਰਿਜ਼ਰਵੇਸ਼ਨ ਚਾਹੀਦੀ ਹੈ, ਪਰ ਕੋਈ ਇਹ ਵੀ ਜ਼ਰੂਰਤ ਨਹੀਂ ਕਰ ਸਕਦਾ ਕਿ ਅੱਜ ਇਸ ਗੱਲ ਤੇ ਕਵੇ ਕਿ ਇਹ ਵੀ ਅੱਜ ਅਸੀਂ ਗੱਲ ਕਰੀਏ। ਜਿੱਥੋਂ ਤੱਕ ਧਰਮ ਦੀ ਗੱਲ ਹੈ, ਗੌਹਰ ਸਾਹਿਬ ਨੇ ਬਹੁਤ ਲੰਬੀ ਗੱਲ ਕੀਤੀ, ਕਿਉਂਕਿ ਮੇਰੀ ਵੀ ਇਹ ਨੌਕਰੀ ਹੈ, ਮੈਨੂੰ ਵੀ ਇਸ ਧਰਮ ਦੇ ਨਾਂ ਤੇ ਰੋਟੀ ਮਿਲਦੀ ਹੈ, ਪਰ ਮੈਂ ਸਮਝਦਾ ਧਰਮ ਇੱਕ ਉਹ ਸੈਕੂਲੈਰਿਟੀ ਹੈ। ਸਭ ਤੋਂ ਜ਼ਿਆਦਾ ਜੇ ਸੈਕੂਲਰ ਵਰਡ ਨੂੰ ਤੁਸੀਂ ਫਿੱਟ ਕਰਨਾ ਉਹ ਧਰਮ ਤੇ ਆਓ। ਸਭ ਤੋਂ ਨੇੜੇ ਤੁਹਾਨੂੰ ਇਕੱਠੇ ਕਰਨ ਵਾਲਾ ਧਰਮ ਹੈ, ਕਿਉਂਕਿ ਅਸੀਂ ਉਸ ਸਿਰਫ ਇਹ ਹੁੰਦਾ ਹੈ ਕਿ ਕਈ ਵਾਰੀ ਕੀ ਹੁੰਦਾ ਕਿ ਕ੍ਰਿਟਿਸਿਜ਼ਮ ਜ਼ਿਆਦਾ ਵਿਕਦਾ ਹੈ। ਜੇ ਤੁਸੀਂ ਪੋਜ਼ਿਟਿਵ ਗੱਲ ਕਰਦੇ ਹੋ ਤੇ ਪੋਜ਼ਿਟਿਵ ਗੱਲ ਬਹੁਤ ਘੱਟ ਵਿਕਦੀ ਹੈ। ਮੈਂ ਜਿੱਥੇ ਵੀ ਜਾਣਾ ਅਸੀਂ ਧਰਮ ਏਕਤਾ ਦੀ ਗੱਲ ਕਰਦੇ ਹਾਂ। ਬੇਸ਼ੱਕ ਆਸਟ੍ਰੇਲੀਆ ਵੀ ਕੀਤਾ, ਅਸੀਂ ਕੈਨੇਡਾ ਦੇ ਵੀ ਕੀਤਾ, ਬੜੀ ਅੱਛੀ ਗੈਦਰਿੰਗ ਹੋਈ, ਬਹੁਤ ਅਲੱਗ-ਅਲੱਗ ਧਰਮਾਂ ਤੋਂ ਹਿੰਦੂ, ਬੋਧੀ, ਜੈਨ ਆਏ ਤੇ ਅਸੀਂ ਧਰਮ ਨੂੰ ਇਕੱਠੇ ਹੋਣ ਦੀ ਗੱਲ ਕੀਤੀ। ਉਹ ਕਿਤੇ ਨਿਊਜ਼ ਨਹੀਂ ਲੱਗੀ, ਪਰ ਜੇ ਥੋੜੇ ਜਿਹੇ ਖਾਲਿਸਤਾਨੀਆਂ ਨੇ ਕਿਤੇ ਮੰਦਰ ਤੇ ਜਾ ਕੇ ਖਰਾਬੀ ਕੀਤੀ ਤਾਂ ਸਾਰੀ ਦੁਨੀਆ ਵਿੱਚ ਨਿਊਜ਼ ਸੀ। ਜਿਨ੍ਹਾਂ ਦਾ ਕੋਈ ਮਤਲਬ ਨਹੀਂ ਸੀ ਉੱਥੇ ਵੀ ਨਿਊਜ਼ ਸੀ। ਸੋ ਅਸੀਂ ਪੋਜ਼ਿਟਿਵ ਗੱਲ ਕਰਨੀ ਹੈ, ਸਾਡਾ ਆਪਣਾ ਫਰਜ਼ ਹੈ ਪੋਜ਼ਿਟਿਵ ਗੱਲ ਕਰਨੀ ਹੈ। ਮੈਂ ਇਸ ਗੱਲ ਨਾਲ ਵੀ ਅਸਹਿਮਤ ਨਹੀਂ ਕਿ ਅੱਜ ਵੀ ਧਰਮ ਦੇ ਨਾਂ ਤੇ ਵੋਟਾਂ ਵਿਕ ਰਹੀਆਂ ਨੇ, ਧਰਮ ਦੇ ਨਾਂ ਤੇ ਅੱਜ ਵੀ ਦੇਸ਼ ਨੂੰ ਵੰਡਿਆ ਜਾ ਰਿਹਾ। ਜਿਹੜਾ ਦੇਸ਼ ਇਕੱਠਾ ਹੋਇਆ, ਅਸੀਂ ਇਹ ਵੀ ਗੱਲ ਕਰਦੇ ਹਾਂ, ਬੜੀ ਸੋਹਣੀ ਗੱਲ ਕੀਤੀ ਸੀ ਮਾਨਕ ਜੀ ਨੇ ਕਿ ਜਿੰਨੇ ਉਹ ਦੁੱਖ ਅਜੇ ਤੱਕ ਮਿਟੇ ਨਹੀਂ ਜਿਹੜੇ ਹਿੰਦੁਸਤਾਨ ਪਾਕਿਸਤਾਨ ਬਣਨ ਦੇ ਹੋਏ ਨੇ, ਉਸ ਤੋਂ ਬਾਅਦ ਉਹ ਦੁੱਖ ਵੀ ਅਜੇ ਮਿਟੇ ਨਹੀਂ ਜਿਹੜੇ 84 ਵਿੱਚ ਹੋਏ ਨੇ। ਉਸ ਤੋਂ ਬਾਅਦ ਉਹ ਦੁੱਖ ਵੀ ਨਹੀਂ ਮਿਟੇ ਜਿਹੜੇ 2002 ਵਿੱਚ ਗੁਜਰਾਤ ਵਿੱਚ ਹੋਏ ਨੇ। ਕਿ ਅਸੀਂ ਆਪਣੇ ਇਤਿਹਾਸ ਤੋਂ ਸਿੱਖਣਾ ਨਹੀਂ? ਸਾਰਿਆਂ ਦੇਸ਼ਾਂ ਨੇ, ਸਾਰੇ ਸਮਾਜ ਆਪਣੇ ਇਤਿਹਾਸ ਤੋਂ ਸਿੱਖਦੇ ਨੇ। ਸੋ ਸਾਨੂੰ ਵੀ ਉਹ ਸਿੱਖਣ ਦੀ ਲੋੜ ਹੈ। ਅਸੀਂ ਉਸ ਗੁਰੂ ਦੇ ਸਿੱਖ ਹਾਂ, ਅਸੀਂ ਉਸ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਜਿੱਥੇ ਉਹ ਕਹਿੰਦੇ ਨੇ ਨਾ ਹਮ ਹਿੰਦੂ ਨਾ ਮੁਸਲਮਾਨ। ਉਹਦਾ ਇਹ ਮਤਲਬ ਨਹੀਂ ਕਿ ਅਸੀਂ ਤੀਜਾ ਪੰਥ, ਅਸੀਂ ਸਿੱਖ ਹਾਂ। ਮੈਂ ਤਾਂ ਇੱਕ ਨਿਰੰਕਾਰ ਦੇ ਚਰਨਾਂ ਨੂੰ ਨਮਸਕਾਰ ਕਰਦਾ। ਮੈਂ ਇੱਕ ਨਿਰੰਕਾਰ ਜਿਹਨੂੰ ਮੈਂ ਕੋਨੇ 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 ਵਿੱਚ ਵੇਖਣਾ, ਜਿਹਨੂੰ ਮੈਂ ਹਰ ਜਗ੍ਹਾ ਵੇਖਣਾ। ਗੁਰੂ ਨਾਨਕ ਸੱਚੇ ਪਾਤਸ਼ਾਹ ਕੀ ਹੁਕਮ ਕਰਦੇ ਨੇ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਮੈਂ ਉਸ ਨਿਰੰਕਾਰ ਨੂੰ ਮੰਨਦਾ। ਉਹ ਨਿਰੰਕਾਰ ਨਾ ਪੰਜ ਕਕਾਰਾਂ ਵਾਲਾ ਹੈ, ਉਹ ਨਾ ਨਿਰੰਕਾਰ ਨਾ ਟਿੱਕੇ ਵਾਲਾ ਹੈ, ਉਹ ਨਿਰੰਕਾਰ ਨਾ ਮੁਸਲਮਾਨ ਹੈ ਨਾ ਹਿੰਦੂ ਹੈ। ਫਿਰ ਵੀ ਉਹ ਸਾਡੇ ਸਾਰਿਆਂ ਵਿੱਚ, ਅਸੀਂ ਸਾਰੇ ਉਹਦੀ ਕ੍ਰੀਏਸ਼ਨ ਆ। ਜੇ ਅਸੀਂ ਉਸ ਧਰਮ ਨੂੰ ਮੰਨੀਏ ਸਾਡੇ ਸਾਰੇ ਡਿਫਰੈਂਸਿਸ ਮੁੱਕ ਜਾਂਦੇ ਨੇ। ਸੋ ਮੈਂ ਇਹ ਅੱਜ ਬੇਨਤੀ ਕਰਦਾ ਕਿ ਇਹ ਮੈਸੇਜ ਸਾਡਾ ਸਾਰਿਆਂ ਕੋਲ ਜਾਵੇ, ਅਸੀਂ ਅਸਲੀ ਧਰਮ ਨੂੰ ਮੰਨੀਏ। ਅਸੀਂ ਆਪਣੇ ਬਾਹਰਲੇ ਧਰਮ ਨੂੰ ਮੰਨਦੇ ਹੋਏ ਇਹਨਾਂ ਵੰਡਾਂ ਤੋਂ ਬਾਹਰ ਨਿਕਲੀਏ। ਮੈਂ ਇੰਨੀ ਅਰਜ਼ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਤੁਸੀਂ ਮੈਨੂੰ ਆ ਕੇ ਮੌਕਾ ਦਿੱਤਾ। ਸਤਿ ਸ੍ਰੀ ਅਕਾਲ। ਬਹੁਤ ਸਤਿਕਾਰ ਮਹਾਂਪੁਰਖਾਂ ਦਾ। ਇਹਦੇ ਤੋਂ ਪਹਿਲਾਂ ਕਿ ਮੈਂ ਡਾਕਟਰ ਕਰਮਜੀਤ ਸਿੰਘ ਹੋਰਾਂ ਨੂੰ ਬੁਲਾਵਾਂ, ਤੇ ਮੈਂ 5 ਮਿੰਟਾਂ ਦੇ ਵਿੱਚ ਆਪਣੀ ਗੱਲ ਜਿਹੜੀ ਆ ਸਮਝਾਂਗਾ। ਗੌਹਰ ਰਜ਼ਾ ਹੋਰਾਂ ਨੇ ਜਿਹੜਾ ਵੀ ਆਪਣਾ ਦਾਰਸ਼ਨਿਕ ਪੱਖ ਲਿਆ, ਮੈਂ ਉਹਦੇ ਨਾਲ ਸਹਿਮਤ ਹਾਂ। ਕਿਉਂਕਿ ਚਾਰਵਾਕ ਜਿਹੜੇ ਨੇ ਉਹਨਾਂ ਦਾ ਜਿਹੜਾ ਜਨਮ ਹੈ ਉਹ ਵੀ ਵੇਦਾਂ 'ਚ ਹੁੰਦਾ, 10ਵੇਂ ਖੰਡ ਦੇ ਵਿੱਚ, ਜਿੱਥੇ ਲਿਖਿਆ ਸੱਤ ਤੋਂ ਸੱਤ ਪੈਦਾ ਹੁੰਦਾ। ਯਾਨੀ ਕਿ ਮਟੀਰੀਅਲਿਜ਼ਮ ਜਿਹੜਾ ਹੈ ਉਹਦੇ ਤੋਂ ਹੀ ਅਗਲਾ ਪੈਦਾ ਹੁੰਦਾ। ਤੇ ਨਾਲ ਹੀ
ਜਿਹੜਾ ਇਹਨਾਂ ਨੇ ਅਹ, ਬ੍ਰਹਮਾ ਦੇ ਮੁਖ ਤੋਂ ਬ੍ਰਾਹਮਣ ਤੇ ਭੁਜਾਵਾਂ ਤੋਂ ਖੱਤਰੀ, ਪੇਟ ਤੋਂ ਵੈਸ਼ ਤੇ ਸ਼ੂਦਰ ਜਿਹੜੇ ਨੇ ਉਹ ਪੈਰਾਂ ਤੋਂ ਪੈਦਾ ਹੋਏ। ਇੱਥੇ ਜਿਹੜੀ ਗੱਲ ਉਹਨਾਂ ਨੇ ਕਹੀ ਉਹਦੇ ਨਾਲ ਮੈਂ ਸਹਿਮਤ ਹੁੰਦਾ ਹੋਇਆ, ਔਰਤ ਕਿਤੇ ਨਹੀਂ ਪੈਦਾ ਹੋਈ। ਔਰਤ ਜਿਹੜੀ ਹੈ ਉਹ ਕਿਤੇ ਨਹੀਂ ਪੈਦਾ ਹੋਈ, ਤੇ ਇਹਦਾ ਮਤਲਬ ਇਹ ਹੈ ਕਿ ਉਹਦਾ ਕੋਈ ਵਜੂਦ ਹੀ ਨਹੀਂ ਹੈ। ਤੇ ਜਿਹੜੇ ਚੌਥੇ ਜਾਨੀ ਕਿ ਮੈਂ ਇਹਨੂੰ ਕਹਿੰਦਾ, ਮੈਂ ਮਨੁਸਮ੍ਰਿਤੀ ਦੇ ਉੱਤੇ ਇੱਕ ਛੋਟੀ ਜਿਹੀ ਕਿਤਾਬ ਲਿਖੀ ਹੈ, ਗੈਰ ਬਰਾਬਰੀ ਦਾ ਦਸਤਾਵੇਜ਼। ਤੇ ਉਹ ਸ਼ੁਰੂ ਇੱਥੋਂ ਹੁੰਦੀ ਹੈ, ਗੈਰ ਬਰਾਬਰੀ ਤਾਂ ਇੱਥੋਂ ਹੀ ਸ਼ੁਰੂ ਹੋ ਜਾਂਦੀ ਹੈ ਕਿ ਜਦੋਂ ਚਾਰ ਜਿਹੜੇ ਵਰਣ ਨੇ ਉਹਨਾਂ ਨੂੰ ਤੁਸੀਂ ਚਾਰ ਥਾਂ ਤੋਂ ਪੈਦਾ ਹੁੰਦੇ ਦੱਸਦੇ ਹੋ। ਤੇ ਅਤੀ ਸ਼ੂਦਰ ਜਿਹੜੇ ਨੇ, ਚੰਡਾਲ ਜਿਹੜੇ ਨੇ, ਉਹ ਆਦਿਵਾਸੀ ਨੇ, ਉਹਨਾਂ ਨੂੰ ਤੁਸੀਂ ਕਿਸੇ ਗਿਣਤੀ 'ਚ ਨਹੀਂ ਕਰਦੇ। ਤੋ ਇਹ ਜਿਹੜੀ ਮਨੁਸਮ੍ਰਿਤੀ ਹੈ, ਮੈਂ ਸਮਝਦਾ ਕਿ ਅੱਜ ਦੇ ਦੌਰ ਦੇ ਵਿੱਚ ਅੱਜ ਦੀ ਸੱਤਾ ਜਿਹੜੀ ਹੈ ਇਹ ਮਨੁਸਮ੍ਰਿਤੀ ਨੂੰ ਮੁੜ ਕੇ ਲੈ ਕੇ ਆਉਂਦੀ ਹੈ, ਮੁੜ ਕੇ ਲੈ ਕੇ ਆ ਰਹੀ ਹੈ। ਤੋ ਇਸ ਨੂੰ ਨਾ ਆਉਣ ਲਈ ਪੰਜਾਬੀ ਜਿਹੜੇ ਨੇ ਉਹਨਾਂ ਨੂੰ ਮੋਹਰੀ ਬਣਨਾ ਪੈਣਾ। ਮਨੁਸਮ੍ਰਿਤੀ ਦੇ ਵਿੱਚ ਸ਼ੂਦਰ ਜਿਹੜੇ ਨੇ ਉਹਨਾਂ ਬਾਰੇ ਲਿਖਿਆ ਗਿਆ, ਔਰਤ ਬਾਰੇ ਲਿਖਿਆ ਗਿਆ, ਨਾਸਤਕਾਂ ਬਾਰੇ ਲਿਖਿਆ ਗਿਆ, ਤੇ ਬਾਕੀ ਹੈ ਜਿਹੜੇ ਨੇ ਉਹਨਾਂ ਦੇ ਮਸਲੇ ਜਿਹੜੇ ਨੇ 12 ਇਹਦੇ 'ਚ ਅਧਿਆਏ ਨੇ, 11 ਜਿਹੜੇ ਆ 12ਵੇਂ ਦਾ ਜਿਹੜਾ ਬਾਅਦ 'ਚ ਕਹਿੰਦੇ ਪਾਇਆ। ਤੇ ਮਨੁਸਮ੍ਰਿਤੀ ਜਿਹੜੀ ਹੈ ਉਹਦੇ ਬਹੁ ਗਿਣਤੀ ਨੂੰ, ਯਾਨੀ ਕਿ ਬ੍ਰਾਹਮਣ ਜਿਹੜੇ ਨੇ ਉਹ 7% ਨੇ, ਉਹਨਾਂ ਦੇ ਬਾਕੀ ਸਾਰਿਆਂ ਨੂੰ ਪੈਰ ਦੀ ਜੁੱਤੀ ਮੰਨਦੀ ਹੈ। ਉਹ ਬ੍ਰਾਹਮਣਾਂ ਨੂੰ ਮੈਂ ਆਪਣਾ, ਕਿਉਂਕਿ ਮਨੁਸਮ੍ਰਿਤੀ 'ਚ ਇਹ ਕਿਹਾ ਆ ਤੇ ਮੈਂ ਬ੍ਰਾਹਮਣ ਜਿਹੜਾ ਆ ਉਸ ਸੈਂਸ 'ਚ ਕਹਿ ਰਿਹਾ। ਬਾਕੀ ਜਿਹੜੇ ਬ੍ਰਾਹਮਣ ਇਸ ਮਤ ਦੇ ਨੇ, ਮੈਂ ਉਹਨਾਂ ਨਾਲ ਵੀ ਸਹਿਮਤ ਨਹੀਂ ਹੈ। ਤੋ ਇਹ ਜਿਹੜੇ ਇਹਨਾਂ ਨੇ ਮਤਲਬ ਇੱਕ ਰਮਾਬਾਈ ਪੰਡਿਤ ਹੈ, ਉਹ ਪੰਡਿਤਾ ਜਿਹੜੀ ਹੈ ਉਹ ਸੰਸਕ੍ਰਿਤ ਆਚਾਰੀਆ ਹੈ। ਉਹਨੇ ਸਾਰੇ ਸੰਸਕ੍ਰਿਤ ਆਪਣੇ ਜਿਹੜੇ ਆ ਗ੍ਰੰਥ ਪੜ੍ਹ ਕੇ ਤੇ ਇਹ ਫੈਸਲਾ ਦਿੱਤਾ ਕਿ ਇਹ ਗ੍ਰੰਥ ਜਿਹੜੇ ਨੇ ਇਹ ਐਂਟੀ ਵਿਮਨ ਨੇ। ਇਹ ਸਾਰੇ ਜਿਹੜੇ ਨੇ ਔਰਤਾਂ ਨੂੰ ਨਿੰਦਦੇ ਨੇ। ਔਰਤਾਂ ਦੇ ਇਸੇ ਕਰਕੇ ਉਹਨੇ ਬਾਅਦ ਦੇ ਵਿੱਚ ਈਸਾਈ ਧਰਮ ਜਿਹੜਾ ਸੀ ਉਹ ਅਡਾਪਟ ਕਰ ਲਿਆ ਸੀ, ਤੇ ਉੱਥੇ ਜਿਹੜਾ ਹੈ ਆਪਣੇ ਔਰਤਾਂ ਵਾਸਤੇ ਗੱਲ ਕਰਦੀ ਰਹੀ ਉਹ। ਤੋ ਇੱਕ ਗੱਲ ਮੈਂ ਕਹਿ ਕੇ, ਕਿਉਂਕਿ 5 ਮਿੰਟ ਮੈਨੂੰ ਦਿੱਤੇ ਹੋਏ ਨੇ, ਤੇ ਮੈਂ ਜਦੋਂ ਡਾਕਟਰ ਅੰਬੇਡਕਰ ਦਾ ਬਹੁਤ ਨਾਂ ਜਪਿਆ ਗਿਆ, ਉਹਨਾਂ ਨੇ ਜਦੋਂ ਸੰਵਿਧਾਨ ਲਾਗੂ ਹੋ ਗਿਆ ਜਾਂ ਜਿਹੜਾ ਕਰਨ ਲੱਗਾ ਸੀ ਉਹਨੂੰ ਸਮਰਪਿਤ ਕੀਤਾ ਦੇਸ਼ ਨੂੰ, ਤੇ ਉਹਨਾਂ ਦੇ ਪਹਿਲੇ ਭਾਸ਼ਣ ਦੇ ਵਿੱਚ ਇਹ ਸੀ ਕਿ ਭਾਈ ਅੱਜ ਤੋਂ ਰਾਜਨੀਤਿਕ ਜਿਹੜੀ ਹੈ ਉਹ ਬਰਾਬਰੀ ਮਿਲ ਗਈ ਹੈ, ਲੇਕਿਨ ਸਮਾਜਿਕ ਬਰਾਬਰੀ ਅਜੇ ਆਉਣੀ ਹੈ। ਉਹ ਜਿੰਨਾ ਚਿਰ ਇਹਨਾਂ ਦੋਨਾਂ ਦਾ ਤੁਸੀਂ ਨਿਵਾਰਣ ਕਰ ਲਓਗੇ, ਉਹ ਮੇਰਾ ਖਿਆਲ ਹੈ ਅੱਜ ਤੱਕ 75 ਸਾਲ ਹੋ ਗਏ ਆ, ਉਹ ਇਹ ਰਾਜਨੀਤਿਕ ਜਿਹੜੀ ਬਰਾਬਰੀ ਹੈ ਤੇ ਦੂਸਰੀ ਬਰਾਬਰੀ ਹੈ ਸਮਾਜਿਕ ਬਰਾਬਰੀ, ਉਹਦੇ ਤੇ ਜਿਸ ਵੇਲੇ ਦਲਿਤ ਜਿਹੜਾ ਆ, ਦਲਿਤ ਅੰਦੋਲਨ ਕੀ ਹੈ, ਉਹ ਚੇਤਨਾ ਹੈ
ਅੱਜ ਦੀ ਜਿਹੜੀ ਕਿ ਡਾਕਟਰ ਅੰਬੇਡਕਰ ਨੇ ਪੈਦਾ ਕੀਤੀ ਹੈ, ਉਹ ਇਹ ਮੰਨ ਕੇ ਤੁਰਦਾ ਹੈ ਕਿ ਜੇ ਰਾਜਨੀਤਿਕ ਚੇਤਨਾ ਬਰਾਬਰੀ ਸਾਡੀ ਹੈਗੀ ਹੈ ਤੇ ਸਾਨੂੰ ਸਮਾਜ ਦੇ ਵਿੱਚ ਵੀ ਬਰਾਬਰ ਦਾ ਦਰਜਾ ਦੇਣਾ ਚਾਹੀਦਾ। ਸਮਾਜ ਦੇ ਵਿੱਚ ਤਾਂ ਤੁਸੀਂ ਦਰਜਾ ਦਿੰਦੇ ਨਹੀਂ, ਉਹੀ ਹੈ ਤੁਸੀਂ ਉਹਨਾਂ ਨੂੰ ਸੰਬੋਧਨ ਕਰਦੇ ਹੋ, ਉਸੇ ਤਰ੍ਹਾਂ ਹੀ ਜਿਹੜਾ ਹੈਗਾ ਉਹਨਾਂ ਨਾਲ ਤੁਸੀਂ ਆਪਣੇ ਵਿਆਹ ਨਹੀਂ ਕਰਦੇ। ਮਤਲਬ ਰੋਟੀ ਬੈਠੀ ਦੀ ਇਹ ਸਾਂਝ ਹੈ, ਜਿੰਨਾ ਚਿਰ ਇਹ ਨਹੀਂ ਹੁੰਦੀ ਉਨਾ ਚਿਰ ਬਰਾਬਰੀ ਦਾ ਕੋਈ ਅਧਿਕਾਰ ਨਹੀਂ ਹੈ। ਤਾਂ ਮੈਂ ਸਮਝਦਾ ਕਿ ਇਹ ਜਿਹੜੀ ਸੱਤਾ ਹੈ ਇਹ ਮਨੁਸਮ੍ਰਿਤੀ ਲਾਗੂ ਕਰਨੀ ਚਾਹੁੰਦੀ ਹੈ, ਇਹਦਾ ਵਿਰੋਧ ਹੋਣਾ ਚਾਹੀਦਾ ਤੇ ਪੰਜਾਬੀਆਂ ਨੂੰ ਇਹਦਾ ਡਟ ਕੇ ਵਿਰੋਧ ਕਰਨਾ ਚਾਹੀਦਾ। ਮੈਂ ਬੇਨਤੀ ਕਰੂੰਗਾ ਸਭਾ ਦੇ ਪ੍ਰਧਾਨ ਬੁੱਟਰ ਸਾਹਿਬ ਨੂੰ, ਸੁਸ਼ੀਲ ਦੋਸਾਂਝ ਸਾਹਿਬ ਨੂੰ, ਰਾਮ ਸੰਧੂ ਸਾਹਿਬ ਨੂੰ ਕਿ ਮਹਾਂਪੁਰਖਾਂ ਨੇ ਜਾਣਾ ਤੇ ਕੇਂਦਰੀ ਸਭਾ ਵੱਲੋਂ ਇੱਕ ਯਾਦਗਾਰੀ ਲੋਈ ਉਹਨਾਂ ਨੂੰ ਦੇ ਕੇ ਤੇ ਉਹਨਾਂ ਦਾ ਅਦਬ ਸਤਿਕਾਰ ਕੀਤਾ ਜਾਏਗਾ ਕਿ ਉਹ ਸਾਡੇ ਸਮਾਗਮ 'ਚ ਜੋ ਚੇਚੇ ਤੌਰ ਤੇ ਆਏ।